रामलीला का प्रमोटर वो सीगा, मतलब एक मुसलमान। हाँ मुसलमान। ਉਹਦੇ कई डायलॉग लिखे हुए होंगे सी, बहुत अच्छे अच्छे वाह जी वाह। सुने जी। ਉਹਨੇ ਉਹਨੂੰ ਫੱਦਣਾ ਤੇ ਉਹਨੂੰ ਦੁੱਧ ਪੀਵਾਉਣ ਲੱਗ ਜਾ, ਬੇ ਰਾਮ ਸਰਨ ਵੇ ਛੰਨੂ, ਮੈਂ ਹੁਣ ਇਹਨੂੰ ਮੁਸਲਮਾਨ ਬਣਾਉਂਦੀ ਪਈ ਹਾਂ। ਮੈਂ ਹਾਲ ਹਾਲ ਕਰਦੇ ਹੋਣੀ ਭੈਣ ਜੀ ਮੁਸਲਮਾਨ ਬਣ ਗਈ ਸੀ। ਉਹਨੂੰ ਮੈਂ ਆਖਣਾ ਬਈ ਉਹ ਵਕਤ ਯਾਦ ਕਰ ਜਿਸ ਲਈ ਆਪਾਂ ਇਕੱਠੇ ਚੱਲਦੇ ਆਸੇ ਨਹਿਰ ਦੀ ਪਟੜੀ ਦੇ ਉੱਤੇ ਸ਼ਰਾਰਤਾਂ ਕਰਦੇ ਆਸੇ, ਰਸਤੇ 'ਚ ਕਈ ਵਾਰੀ ਮਗਰ ਵੱਛ ਵੇਦੇ ਆਸੇ ਦੂਜੇ ਕਿਨਾਰੇ ਤੇ ਬੈਠੇ ਹੋਏ, ਉਹਨਾਂ ਨੂੰ ਵੱਟੇ ਮਰਿੰਦੇ ਆਸੇ, ਵੱਟੇ ਸਾਡੇ ਤੂੰ ਪਹੁੰਚਦੇ ਨਾ। समझ में कुछ नहीं आता, ये कैसा इनकलाब में ये समझ ही नहीं है कि ये इनकलाब। नमस्कार, सत श्री अकाल, अस्सलाम वालेकुम। वालेकुम सलाम। आज मैं बैठा जी नाम ਦੇ ਮਸ਼ਹੂਰ ਮਿਸਤਰੀ ਰਾਮ ਸ਼ਰਨ ਧਮੀਜਾ ਜੀ। मैं आज ऐसे शख्स को बैठा जिसे मैंने बोलने की लोड़ ही नहीं पई। उन्हें इतनी कहानियाँ इतना सब कुछ दिखा दिता है, सुना दिता है, जो तुहानूं वेखण च बड़ा टाइम लग सी और फुरसत च बैठ के वेखना पउसी, जो बड़ा लंबा हो गई। पर इन्हां दी गल्लां इतनी सारियां इन्हां कहानियां सुनाइयां, इतने तरीके दी सुनाइयां, इन्हां ड्रामे जी रोल किया ना। लेकिन इन्हां दसीए कि हिंदुस्तान का जिहड़ा पहला राष्ट्रपति अपने होंगे डॉक्टर राजेंद्र प्रसाद, हाँ उहदे कोल इनाम भी लिया। मतलब हुण तुसीं अंदाज़ा ला सकते हो कि असीं किस तरह के शख्स कोल अज गए। हुण एपीसोड 35 मिनट का होवे, 40 मिनट का होवे, तुसीं आराम नाल वेखना, इत्मीनान नाल वेखना। तो हो सके तो इन्हां दी जिहड़ी निशानियां इन्हां दस्सियां वो लभ के इन्हां नूं दिखाई जा सके। राम राम बाबू जी। राम राम भाई, राम राम। तुहाडा नाम दसो पहले तां। मेरा नाम राम शरण दास धमीजा। राम शरण दास धमीजा। हाँ, तुहाडे बाबू जी दा नाम? श्री अमीर चंद धमीजा। अच्छा, तो पिछू कित्थों दे रहण वाले आवे? पिछों सब बूटा कोट दे रहण वाले आसे। वैसे हुण 5-6 साल तो मकान जिहड़ा है कबीर वाले बनाया हुआ सी, कबीर वाले आ गया से। अच्छा, तो बूटा कोट ते कबीरा दा कितना फासला है? ਨੀਅਰ ਅਬਾਊਟ ਇੱਕੋ ਕਹਿੰਦੇ ਹਨ, ਯਾਨੀ ਉਸ ਨੂੰ 2.5 ਮੀਲ ਸਮਝ ਲਓ, ਇਤਨਾ ਜਿਹੜੇ ਅੱਜ ਕੱਲ੍ਹ ਦੇ ਹਨ ਇਤਨਾ ਹੀ ਸਫ਼ਰ ਆਈ। तो के कारोबार आई उत्थे बाबू जी दा? ਉਹ ਉਹਨਾਂ ਦਾ ਕੰਮ ਆਈ ਜੀ, ਜਿਤਨੀ ਜ਼ਮੀਨਾਂ ਹਨ ਨਾ ਲੋਕਾਂ ਦੀਆਂ ਉੱਥੋਂ ਦੀਆਂ ਬੂਟਾ ਕੋਟ ਦੀਆਂ ਪੁਨੀਆਂ ਦੀ। ਬੂਟਾ ਕੋਟ ਜਿਹੜਾ ਉਹ ਸਾਰਾ ਪੁਨੀਆਂ ਦਾ ਸੀਗਾ, ਪੁਨੀਏ ਮੁਸਲਮਾਨ ਸੀਗੇ। मतलब कास्ट ਉਹਨਾਂ ਦੀ ਪੁਨੀਆਂ? ਹਾਂ, ਪੁਨੀਏ ਕਹਿਲਾਉਂਦੇ ਸੀ ਸਾਰੇ। ਅੱਛਾ, ਹਾਂਜੀ, ਜਿਵੇਂ ਇੱਥੇ ਪੁਨੀਏ ਨਾ ਜਾਟ, ਇਸ ਤਰੀਕੇ ਉਹ ਪੁਨੀਏ ਮੁਸਲਮਾਨ ਸੀਗੇ। ਉਹ ਬਾਅਦ ਮਤਲਬ ਮੁਸਲਮਾਨ ਬਣੇ ਹੋਏ ਹਨ ਅਤੇ ਉਹਨਾਂ ਦੇ ਕੋਲ ਜ਼ਮੀਨਾਂ ਸੀਗੀਆਂ ਅਤੇ ਹਨ ਅਨਪੜ੍ਹ। ਉਹ ਸਾਰਾ ਜਿਹੜਾ ਉਹਨਾਂ ਦਾ ਕਾਰੋਬਾਰ ਆਏ ਨਾ, ਅੱਧੇ ਗਾਮ ਦਾ ਜਿਹੜਾ ਨਾ ਸਾਰਾ ਕਾਰੋਬਾਰ ਮੇਰੇ ਦਾਦਾ ਔਰ ਮੇਰੇ ਪਿਤਾ ਜੀ ਸੰਭਾਲਦੇ ਸੀਗੇ। ਦਾਦਾ ਦੇ ਨਾਮ ਦੱਸੋ? ਸ਼੍ਰੀ ਗਾਣਾ ਰਾਮ। ਅੱਛਾ, ਮਤਲਬ ਤੁਹਾਡੇ ਪਿਤਾ ਜੀ ਔਰ ਕਿਤਨੇ ਭਰਾ ਹਨ? ਇਹ 4 ਭਰਾ ਹਨ। ਸਾਰੇ ਥਾਂ ਇਕੱਠੇ ਰਹਿੰਦੇ ਹਨ? ਸਾਰੇ ਇਕੱਠੇ ਰਹਿੰਦੇ ਹਨ। ਇਹ ਵੱਡਾ ਸੀਗਾ, ਮੇਰੇ ਪਿਤਾ ਜੀ ਵੱਡੇ ਸੀਗੇ, ਸਾਰਾ ਇਹੀ ਧੰਦਾ ਸੰਭਾਲਦੇ ਸੀਗੇ। ਆਪਣੀ ਜ਼ਮੀਨ ਵੀ ਹੈ ਉੱਥੇ? ਹਾਂ, ਜ਼ਮੀਨ ਸੀਗੀ, ਦਰਿਆ ਰਾਵੀ ਦੇ ਵਿੱਚ ਜ਼ਮੀਨ ਸੀ। ਸਰਦਾਰਪੁਰ ਸਾਡਾ ਸ਼ੁਰੂ ਤੋਂ ਜਿਹੜਾ ਸਾਡਾ ਜਨਮ ਆਈ ਨਾ ਸਾਡੇ ਬਜ਼ੁਰਗਾਂ ਦਾ, ਯਾਨੀ ਰਿਹਾਇਸ਼ ਸਰਦਾਰਪੁਰ ਸੀਗੀ। ਜ਼ਮੀਨ ਸੀਗੀ, ਉਹ ਦਰਿਆ ਦੇ ਵਿੱਚ ਆ ਗਈ, ਉਹਦੇ ਫਿਰ ਇਹਨਾਂ ਮਚਾਲ ਨਾ ਕੀਤੀ, ਜ਼ਮੀਨ ਖਤਮ ਹੋ ਗਈ। ਅੱਛਾ ਅੱਛਾ, ਮਤਲਬ ਤੁਸੀਂ ਸਰਦਾਰਪੁਰ ਦੇ ਰਹਿਣ ਵਾਲੇ? ਹਾਂ, ਸਰਦਾਰਪੁਰ ਵੀ ਸਾਡੇ ਸਰਦਾਰਪੁਰ ਤੇ ਜਿਹੜਾ ਤੁਸੀਂ ਦੱਸਿਆ ਬੂਟਾ ਕੋਟ, ਬੂਟਾ ਕੋਟ ਕਿੰਨਾ ਫਾਸਲਾ? ਤਕਰੀਬਨ 16-17 ਕਿਲੋਮੀਟਰ ਦਾ ਸਫ਼ਰ ਹੈ। ਹਾਂ। ਅੱਛਾ ਅੱਛਾ। ਪੰਡਿਤ ਆਤਮਾ ਰਾਮ ਦੀ ਬੱਸ ਚੱਲਦੀ ਆਈ, ਉੱਥੋਂ ਆਉਂਦੀ ਆਈ ਕਬੀਰ ਵਾਲੇ ਤੇ ਕਬੀਰ ਵਾਲੇ ਤੋਂ ਸਰਦਾਰਪੁਰ ਜਾਂਦੀ ਆਈ। ਪੰਡਿਤ ਆਤਮਾ ਰਾਮ ਫੋਟੋਗ੍ਰਾਫਰ ਜਿਹੜਾ ਹਾਂ ਸੀ, ਜਿਹੜਾ ਆਉਂਦਾ ਆਈ, ਬੜਾ ਮਸ਼ਹੂਰ ਆਦਮੀ ਆਈ। ਨਹੀਂ, ਇਹ ਜਿਹੜਾ ਤੁਸੀਂ ਗਾਂਵ ਦੱਸ ਰਹੇ ਹੋ ਇਹ ਕਿਹੜੇ ਰੋਡ ਤੋਂ ਹੈ? ਰੋਡ ਤੇ ਆਈ? ਇਹ ਆਪਣਾ ਸਰਦਾਰਪੁਰ ਰੋਡ ਦੇ ਉੱਤੇ ਸੀਗਾ। ਸਰਦਾਰਪੁਰ ਰੋਡ ਹੋ ਗਿਆ? ਹਾਂਜੀ। ਮਤਲਬ ਕਬੀਰ ਵਾਲਾ ਤੋਂ ਜਾਓ ਕਿ? ਹਾਂ, ਕਬੀਰ ਵਾਲੇ ਕੋਲ ਚੱਲੋ ਤੇ ਸਰਦਾਰਪੁਰ ਜਾਓ ਤਾਂ 3 ਕਿਲੋਮੀਟਰ ਯਾਨੀ 3.5 ਕਿਲੋਮੀਟਰ ਤੇ ਬੂਟਾ ਕੋਟ ਆਉਂਦਾ ਸੀ। ਉਸ ਤੋਂ ਬਾਅਦ ਵੱਡੀ ਨਹਿਰ ਆਈ, ਨਹਿਰ ਨੂੰ ਦੇ ਉੱਤੇ ਬਹੁਤ ਵੱਡੀ ਪੁਲ ਆਈ ਜਿਸ ਦੇ 4 ਖਾਨੇ ਹਨ। ਰਾਵੀ ਆਈ ਹੋ ਨਾ, ਦਰਿਆ ਆਪਣਾ ਨਹਿਰ ਸੀਗੀ। ਅੱਛਾ, ਨਹਿਰ ਆਈ। ਹਾਂ, ਦਰਿਆ ਰਾਵੀ ਚੋਂ ਨਿਕਲੀ ਹੋਈ ਸੀ ਉਹ। ਹਾਂ, ਉਹ ਮੁਲਤਾਨ ਵਾਸਤੇ ਜਾ ਰਹੀ ਆਈ, ਜਿਹੜਾ ਰਸਤੇ ਸਾਰਾ ਇਲਾਕਾ ਮਤਲਬ ਉਹਨੂੰ ਜ਼ਰਖੇਜ਼ ਕਰਦਾ ਹੈ। ਜਨਮ ਕਦੋਂ ਦਾ ਹੈ? ਮੇਰਾ ਜਨਮ ਹੈ ਜੀ 1936 ਜਨਵਰੀ ਤੇ ਫਰਵਰੀ ਦੇ ਮਤਲਬ ਰਾਤ ਨੂੰ ਹੋਇਆ ਸੀ, ਜਨਵਰੀ ਵਿੱਚ 6 ਤੇ 7 ਤਰੀਕ ਦੀ ਰਾਤ ਨੂੰ। ਜਨਵਰੀ 6-7 ਤਰੀਕ ਦੀ ਰਾਤ? ਹਾਂ, 1936। ਮਤਲਬ 47 ਵੇਲੇ 11 ਸਾਲ ਦੇ ਹੋ ਗਏ।
हाँ तकरीबन 11 साल 12 साल का हो गया सी 12 साल का हो गया सी मैं। आप जनवरी होगी तो लगभग 11.5 साल के हो गया। देखो ना जी हाँ 11.5 हाँ 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 तो कितने जमाता पढ़े उत्थे? मैं उत्थे 2 जमातां पढ़िया, दूसरी पढ़दा उर्दू। उर्दू उत्थे होंदी उर्दू आई उत्थे? उर्दू आई मैं भी ते मेरा दोस्त आई जगदीश सचदेवा, ਅਸੀਂ ਦੋਨੋਂ ਸਾਡਾ ਜਨਮ ਦਿਨ ਹੀ ਇੱਕੋ ਆਈ ਸੀ, ਸਾਡੀ ਕਲਾਸਾਂ ਇੱਕੋ ਹਨ। तो स्कूल केड़ा पौंदा आई? ਸਕੂਲ ਨੜਾਲ ਪਾਉਂਦਾ ਹੈ ਜੀ, नड़ाल। ਨੜਾਲ। ये ਤੁਹਾਡਾ ਜਿਹੜਾ ਗਾਮ ਹੈ ਇਹਦੇ ਸਕੂਲ ਕੋਈ ਨਾ ਆਈ। ਬੂਟਾ ਕੋਟ ਹਾਂ ਉੱਥੇ ਸਕੂਲ ਕੋਈ ਨਾ ਕਿੰਨੀ ਆਈ। ਦੂਰ ਆਈ? ਉੱਥੋਂ ਤਕਰੀਬਨ 4 ਕਿਲੋਮੀਟਰ ਸਮਝ ਲਓ, ਜਿਵੇਂ ਢਾਣਾ ਇਤਨੀ ਦੂਰ ਆਈ ਵੀਰੇ। ਹੂੰ 4 ਕਿਲੋਮੀਟਰ। ਤੇ ਤੁਹਾਡਾ ਜਿਹੜੀ ਇਹ ਜਿਹੜਾ ਸਕੂਲ ਆਈ ਕਿਤਨੀ ਜਮਾਤਾਂ ਤਾਈ ਆਈ? ਉਹ ਉਸ ਵਕਤ 8ਵੀਂ ਤੱਕ ਸੀਗਾ, 8ਵੀਂ ਤੱਕ ਆਈ। 8ਵੀਂ ਤੱਕ ਸੀਗਾ। ਤੇ ਵੱਡਾ ਸਕੂਲ ਆਈ ਫਿਰ ਤਾਂ? ਵੱਡਾ ਸਕੂਲ ਆਈ, ਕਾਫੀ ਵੱਡਾ ਸਕੂਲ ਸੀਗਾ। ਤੇ ਤੁਹਾਡੇ ਜਿਹੜੇ ਹਾਣੀ ਹਨ ਹਿੰਦੂ ਵੀ ਹਨ ਤੇ ਮੁਸਲਮਾਨ ਵੀ ਹਨ? ਹਾਂ ਹਿੰਦੂ ਵੀ ਹਨ ਮੁਸਲਮਾਨ ਵੀ ਹਨ। ਹਿੰਦੂ ਵੀ ਕਾਫੀ ਹਨ ਜਿਹੜੇ ਕੁੱਕੜ ਅੱਟੇ ਤੋਂ ਆਉਂਦੇ ਹਨ, ਹੋਰ ਹੀ ਕਈ ਗਾਵਾਂ ਦੇ ਵਿੱਚੋਂ ਆਉਂਦੇ ਹਨ। 8-8 10 ਮੀਲ ਕਰਕੇ ਆਉਂਦੇ ਹਨ ਤੇ ਅਸੀਂ ਜਾਂਦੇ ਆਸੇ। ਠੀਕ ਤੇ ਜਿਹੜੇ ਜਮਾਤੀ ਹਨ ਹਾਂਜੀ ਉਹ ਮਤਲਬ ਜਿਹੜੇ ਮੁਸਲਮਾਨ ਹਨ ਉਹਨਾਂ ਨਾਲ ਵਰਤੇਵਾ ਸਾਰਿਆਂ ਨਾਲ ਠੀਕ ਹੈ? हाँ ठीक है वरतेवा ठीक है। मेरा एक दोस्त आए मोहम्मद अपना मोहम्मद अयाद, ਇਹ उन ਜਮਾਤੀ मम्मा ਆਈ ਜਾਂ मम्मा ਪੜੋਸੀ ਆਈ? हाँ जी ਇਹ ਜਮਾਤੀ? जमाती भी आई पड़ोसी भी आई। ਅੱਛਾ हाँ जी ਕੀ ਨਾਮ ਦੱਸਿਆ? वैसे तो उन्होंने मम्मा कहते हैं, वैसे ਉਹਦਾ नाम मोहम्मद अयाद आई। ਮੁਹੰਮਦ पठाने खान का पुत्र आई, मैंने पूरा ध्यान है। ਪਠਾਣੇ ਖਾਨ ਦਾ? हाँ पठाना खान कहता है, पठाना खान उन्हों का लड़का आई वो। ਨਹੀਂ ਜਿਹੜਾ ਤੁਸੀਂ ਆਪਣਾ ਇਹ ਮੋਜਾ ਦੱਸਿਆ ਜਾਂ ਜਿਹੜਾ ਗਾਮ ਦੱਸਿਆ ਉਹਦੇ ਜਿਹੜੀ ਆਬਾਦੀ ਆਈ ਉਹ ਹਿੰਦੂਆਂ ਦੀ ਆਈ ਕਿ ਮੁਸਲਮਾਨਾਂ ਦੀ ਜ਼ਿਆਦਾ ਆਈ? देखो जी मुसलमानों की ज़्यादा आबादी है, हिंदुओं के भी 8-10 घर हैं और रोब नाल रहने वाले आदमी सचदेवे हैं ते धिंगड़े हैं ते अपने गुलाटी ते रेवड़ी, ये 5-6 घर हैं। चंगा इन्हों का अच्छा दबदबा आई। सचदेवां की तो जमीन भी आई सुने जी। ਉਸ ਟਾਈਮ ਕੇ ਬੀਜੀ ਵੰਦੇ ਉਸ ਟਾਈਮ? उस टाइम तो ज़्यादा कणक और कपास बीजी जाती है उस इलाके दे विच, क्योंकि हुंदा है ना वक्तन फक्तन जिले जाते आसे तो वनवाड़ जिसनों कहते हैं, वनवाड़ कहते कपाह नूं, वो खिलिया पिया होंदा है। वो मेरे एक गुजारत होंदी आए जाते आसे तो हसदा पिया आई, आंदे आसे तो रोंदा पिया आई। भाई जिले वो खिलिया खलोता आई उस तो हसदा पिया आई, वापसी तो जिले आया तो रोंदा पिया वे वो सारा चुगे च लै गए, माल बिचों कट के लै गए। कपाह ते गेहूं होंदी है। ਤੇ ਜਿਹੜਾ ਤੁਸੀਂ ਨਾਮ ਦੱਸਿਆ ਈ ਉਹ ਆਪਣੇ ਦੋਸਤ ਦਾ हाँ ਕੀ ਨਾਮ हाँ ਦੱਸਿਆ? मोहम्मद अयाद ਮੁਹੰਮਦ ਯਾਦ। ਇਹ ਤੁਹਾਡਾ ਮਤਲਬ ਜਮਾਤੀ ਆਈ? जमाती है। ਠੀਕ ਹੈ ਤੇ ਉਹਦੇ ਨਾਲ ਮਤਲਬ ਕਿਵੇਂ ਟਾਈਮ ਪਾਸ ਹੁੰਦਾ ਹੈ? ठीक सही टाइम पास होंदा है। जिस तरीके है उत्थों स्कूल चो आवना तो जखीरे जाके गुल्ली डंडा खेलना ਮਤਲਬ ਗਾਮ ਦੇ ਵਿੱਚ ਜਾ हाँ ਕੇ? गांव दे विच ठीक प्यार सी, कोई कमी नहीं सी की। ਸਾਰੇ ਪੜੋਸ ਪੜੋਸ ਨਾਲ ਵਰਤੇਵਾ ਚੰਗਾ ਹੈ? अजी कमाल कर दो। मेरा एक छोटा बिरा है नाथ, उन्हें मतलब मैं उस तो वड्डा सीगा ते सावें दादी रहिंदी आई हुरमत दादी, ते ओदी बाडी बूडी जड़ी आई ना भगवान देना 3 जनानियां होण ते हिक्का बनदी आई। उन्हें उन्होंने फदना ते उन्हें दुध पिवावन लग जाए, बे राम शरण वे छन्नू मैं हुणे नूं मुसलमान बनी पई हाँ। मैं हाल हाल गद होनी बहन जी मुसलमान बन गई थी बिरा मेरा सड़े जी। ਮਤਲਬ ਐਡਾ ਸੋਹਣਾ ਵਰਤੇਵਾ ਹੈ? बड़ा बर्ताव बहुत अच्छा जी। ਉਹ ਕੀ ਨਾਮ ਦੱਸਿਆ ਉਸ ਲੇਡੀ ਦਾ? हुरमत ਹੁਰਮਤ। हुरमत ਅੱਛਾ ਤੇ ਉਹ ਕਿਹਦੀ ਬੇਗਮ ਆਈ? ये हुण ध्यान कोई नहीं। ਪਤਾ ਤਾਂ ਉਹਦੇ ਨਾਮ ਤੋਂ ਲੱਗ ਸੀ ਨਾ ਤਾਂ ਉਹ ਮਤਲਬ ਤੁਹਾਡੇ ਪੜੋਸ ਵਾਲਾ ਘਰ ਆਈ ਕੋਈ? बिल्कुल सामने घर आई, सामने घर आई बड़ी सारी टाया। ਤੁਸੀਂ ਇੰਜ ਦੱਸੋ ਵੀ ਕਬੀਰ ਵਾਲਾ ਤੋਂ ਤੁਹਾਡੇ ਗਾਮ ਯਾਨੀ ਕਿ ਕਿਹੜਾ ਦੱਸਿਆ ਦੁਬਾਰਾ ਦੱਸੋ ਬੋਲੋ? बूटा कोट। ਬੂਟਾ ਕੋਟ। ਬੂਟਾ ਕੋਟ ਪਹੁੰਚ ਗਏ ਮੇਨ ਰੋਡ ਤੇ ਆਈ? हाँ जी मेन रोड पे। ਉਸ ਮੇਨ ਐਂਟਰੀ ਤੋਂ ਤੁਹਾਡੇ ਘਰ ਤੱਕ ਪਹੁੰਚਣਾ ਹੋਵੇ ਤਾਂ ਪੂਰਾ ਰਸਤਾ ਸਮਝਾਓ ਤਾਂ ਕਿ ਕੋਈ ਵੇਖੇ ਤਾਂ ਤੁਹਾਡਾ ਘਰ ਲੱਭ ਦੇਵੇ। जिसले आप कबीराल तो चलने हैं तो 3-3.5 किलोमीटर तो बाद लैफ्ट हैंड नूं कच्चा रास्ता निकलता सी ਠੀਕ ਹੈ। और तकरीबन 2 फरलांग तो बाद बूटा कोट सामने नज़र आ जाता है। ਤਾਂ ਬੂਟਾ ਕੋਟ
ਐਂਟਰੀ ਕੀਤੀ, ਐਂਟਰੀ ਕੀਤੀ। ਉਸ ਤੋਂ ਬਾਅਦ ਤੁਹਾਡੇ ਘਰ ਤੱਕ ਪਹੁੰਚਣਾ ਹੋਵੇ ਤਾਂ ਕਿਤੇ ਮੁੜਨਾ ਪਊ? ਕਿਤੇ ਹੀ ਨਹੀਂ ਮੁੜਨਾ ਪਊ। ਉਹ ਗਲੀ ਸਿੱਧੀ ਜਾਂਦੀ ਆਈ, ਸਿੱਧੀ ਜਾ ਕੇ ਤੇ ਮਤਲਬ ਅੱਗਾ ਜਾ ਕੇ ਫਿਰ ਉਹ ਨਹਿਰ ਵਾਲੇ ਪਾਸੇ ਨਿਕਲ ਜਾਂਦੀ ਤੇ ਰਸਤੇ 'ਚ ਹਰਾ ਠਾਈ ਵੱਡਾ ਸਾਰਾ ਜਿਹੜਾ ਪਾਣੀ ਲੋਕ ਪੀਂਦੇ ਹਨ ਜੀ। ਤੇ ਸਾਡੇ ਘਰ ਪਹਿਲੂ ਕੁੰਭਾਰਾਂ ਦੇ ਘਰ ਸੀ 2-3। ਉਸ ਘਰ ਪੱਕੇ ਬਣੇ ਹੋਏ ਹਨ? ਨਹੀਂ ਇਤਨੇ ਪੱਕੇ ਕੋਈ ਨਾ, ਪੱਕੇ ਉਹ ਸਿਆਲਾਂ ਦੇ ਪੱਕੇ ਮਕਾਨ ਹਨ, 3-4 ਪੁਨੀਆਂ ਦੇ ਪੱਕੇ ਹਨ। ਔਰ ਜਿਹੜੇ ਸਿਆਲ ਦੱਸਦੇ ਪਏ ਹੋ, ਹਾਂ ਨਾਮ ਕੀ ਹੈ ਪੂਰਾ ਉਹਨਾਂ ਦਾ? ਨਾ ਹੁਣ ਯਾਦ ਕੋਈ ਨਹੀਂ। ਮਤਲਬ ਸਿਆਲਾਂ ਦੇ ਹਨ? ਹਾਂ ਸਿਆਲ ਜ਼ੈਲ ਸਾਹਿਬ ਕੇ ਇਹ ਜੇ ਕੁਛ ਨਾਂ ਕਹਿੰਦੇ ਹਨ ਸੁਣੇ ਜੀ। ਉਹਨਾਂ ਦੇ ਸਿਆਲਾਂ ਦੇ ਨਾਲ ਕਰੇ ਮਸੀਤ ਹੀ ਸੀਗੀ। ਉਸ ਮਸੀਤ 'ਚ ਹੀ ਮੈਂ ਤਕਰੀਬਨ 1-2 ਮਹੀਨੇ ਪੜ੍ਹਨ ਗਈ ਉਹ ਮਸੀਤ 'ਚ। ਤੇ ਉੱਥੇ ਕਹੇ ਉਰਦੂ ਪੜ੍ਹੀ? ਉੱਥੇ ਆਈ ਉਰਦੂ ਬਾਬੂ ਜੀ, ਹਿੰਦੀ ਤਾਂ ਇੱਥੇ ਆਪ ਲੱਦੀ ਸਨ। ਉਰਦੂ ਆਈ ਹੈ? ਹਾਂ ਉਰਦੂ ਆਈ ਬਿਲਕੁਲ। ਉਰਦੂ ਮੈਂ ਹੁਣੀ ਬਹੁਤ ਵਧੀਆ ਤਰੀਕੇ ਨਾਲ ਪੜ੍ਹ ਲੈਣਾ, ਬਿਲਕੁਲ ਪੜ੍ਹ ਲੈਣਾ। ਔਰ ਕਈ ਬੰਦੇ ਆਉਂਦੇ ਨੇ ਜਿਨ੍ਹਾਂ ਦੇ ਹਨ ਨਾ ਕਮੇਟੀ ਨਾਂ ਦਾ, ਉਹਨਾਂ ਨੂੰ ਘੱਟ ਕੇ ਵੀ ਕਹਿੰਦੇ ਲੈ ਤੂੰ ਰਾਮਦੀਤਾ ਦਾ ਪੋਤਰ, ਤੂੰ ਫਲਾਣੇ ਦਾ ਪੋਤਰ, ਤੂੰ ਫਲਾਣੇ ਦਾ ਪੋਤਰ ਲੈ ਲੈਂਦੇ ਨੇ। ਉਹ ਸਾਰੇ ਜਿਹੜੇ ਹਲਫ ਹਨ ਉਹ ਸਾਰੇ ਯਾਦ ਹਨ? ਬਿਲਕੁਲ ਯਾਦ ਹੈ, ਯਕੀਨਨ ਯਾਦ ਹੈ। ਵਾਹ ਜੀ ਵਾਹ, ਮਤਲਬ ਹੁਸ਼ਿਆਰ ਬਾਲ ਰਹੇ ਹੋ। ਹਾਂਜੀ ਆਪਣੇ ਟਾਈਮ ਦੇ ਹੁਸ਼ਿਆਰ ਬਾਲ ਰਹੇ ਹੋ? ਹੁਸ਼ਿਆਰ ਆਸੇ ਬਾਬੂ ਜੀ, ਆਪਾਂ ਉੱਥੇ ਵੀ ਹੁਸ਼ਿਆਰ ਆ, ਇੱਥੇ ਵੀ ਹੁਸ਼ਿਆਰ ਰਹੇ। ਅੱਛਾ ਸਕੂਲ ਦੀ ਸੁਣਾਓ ਕੋਈ ਕਹਾਣੀ, ਮਤਲਬ ਜੇ ਸਕੂਲ। ਅੱਛਾ ਤੁਹਾਡੇ ਜਿਹੜੇ ਸਕੂਲ ਵਿੱਚ ਪੜ੍ਹਾਉਣ ਵਾਲੇ ਤੁਹਾਡੇ ਮੁਨਸ਼ੀ ਉਸਤਾਦ ਹਨ? ਹਾਂਜੀ ਮੁਨਸ਼ੀ ਕਹਿੰਦੇ ਹਨ। ਅੱਛਾ ਤੇ ਮੁਨਸ਼ੀ ਜੀ ਹਿੰਦੂ ਹਨ ਮੁਸਲਮਾਨ ਹਨ? ਮੁਸਲਮਾਨ। ਕੌਣ ਹਨ? ਇੱਕ ਤਾਂ ਸੀਗਾ ਇਲਾਈ ਕੇ ਐਸਾ ਉਹਦਾ ਨਾਂ ਸੀਗਾ ਸੁਣੇ ਜੀ, ਮਦਰਜਾ ਕਾਦਾ ਸੀ ਤੇ ਛਿੱਤਾ ਬਹੁਤ ਆਏ। ਮੈਂ ਉਹਦੀ ਵਜ੍ਹਾ ਕਰਕੇ ਉਹ ਸਕੂਲ ਛੋੜ ਕੇ ਤੇ ਮੈਂ ਕਬੀਰਾ ਲੈ ਆ ਗਿਆ ਆਪਣੀ ਦਾਦੀ ਕੋਲੋਂ। ਅੱਛਾ ਕਿਉਂ, ਕਿਵੇਂ ਸੁਣਾਓ ਫਿਰ? ਉਹ ਇਸ ਤਰੀਕੇ ਇੱਕ ਛੋਰ ਆਏ ਕਾਂਸ਼ੀ ਰਾਮ ਭਈਆ ਆਪਣਾ ਖੁਰਾਣਾ, ਉਹਨੇ ਕਿਤੇ ਉਹ ਪਾਣੀ ਪੀ ਲਿਆ, ਪਤਾ ਨਹੀਂ ਕਿਹੜੇ ਘੜੇ ਦਾ ਪਾਣੀ ਪੀ ਲਿਆ ਤੇ ਉਹ ਦੂਜੇ ਨੇ ਆ ਕੇ ਸ਼ਿਕਾਇਤ ਕਰ ਦਿੱਤੀ। ਉਸ ਨੂੰ ਉਹਨੇ ਛਮਕੀਆਂ ਮਾਰੀਆਂ ਇੱਥੇ ਵੀ ਤੇ ਇੱਥੇ ਵੀ। ਅੱਛਾ ਸੁਣੇ ਜੀ, ਮੈਂ ਉਹਨੂੰ ਵੇਖ ਕੇ ਫਿਰ ਘਬਰਾ ਗਿਆ। ਫਿਰ ਮੈਂ ਆ ਕੇ ਘਰ ਬਾਪੂ ਨੂੰ ਤਾਂ ਮੈਂ ਗੱਲ ਨਾ ਕਰ ਸਕਦਾ ਕਿ ਬਾਪੂ ਮੇਰਾ ਸਖਤ ਮਿਜ਼ਾਜ ਆਈ। ਉਹਨੇ ਮੈਂ ਕਿਹਾ ਜੀ ਨਜ਼ਰ ਮਿਲਾ ਕੇ ਗੱਲ ਨਹੀਂ ਕਰ ਦੇਖਿਆ। ਉਹ ਮੈਂ ਮਾਂ ਨੂੰ ਦੱਸਿਆ, ਫਿਰ ਦਾਦੀ ਨੂੰ ਦੱਸਿਆ। ਦਾਦੀ ਫਿਰ ਮੈਨੂੰ ਨਾਲ ਲੈ ਕੇ ਤੇ ਕਬੀਰਾ ਲਿਆ ਗਏ, ਕਿਉਂਕਿ ਮਕਾਨ ਨਵਾਂ ਬਣਿਆ ਸੀ ਤੇ ਉੱਥੇ ਮੈਂ ਫਿਰ ਕਬੀਰਾ ਲਈ ਤੀਜੀ ਜਮਾਤ ਕਬੀਰੇ। ਉਸ ਟਾਈਮ ਤੋਂ ਉਸਤਾਦ ਤਾਂ ਸਾਰੇ ਸਖਤ ਹੁੰਦੇ ਹਨ, ਖੂਬ ਕੁੱਟਦੇ ਹਨ? ਸਖਤ ਉਤਰੇ ਹੁੰਦੇ ਹਨ, ਸਖਤ ਥੋੜ੍ਹੇ ਹੁੰਦੇ ਹਨ ਯਾਰ। ਉਸਤਾਦ ਥੋੜ੍ਹੇ ਰਾਖਸ਼ ਹਨ। ਇੱਥੇ ਇੱਕ ਮੇਰਾ ਪੜੋਸੀ ਵਾਦਾ ਕਦੇ ਉਹਦਾ ਇੰਟਰਵਿਊ, ਉਹਦੀ ਸਾਰੀ ਤੂੰ ਬੋਧੀ ਜੁਪਦੀ ਕੰਜਰ ਨੇ ਸਾਰੀ ਬੋਧੀ ਉਹ ਖੇਡ ਦਿੱਤੀ ਧਰਮ ਨਾਲ। ਉਸ ਦਾ ਇਹੋ ਕਸੂਰ ਆਈ, ਉਹ ਪੜ੍ਹਾਈ 'ਚ ਬੜਾ ਹੁਸ਼ਿਆਰ ਆਈ। ਹੁਸ਼ਿਆਰ ਬੜਾ, ਪੜ੍ਹਾਈ 'ਚ ਬੜਾ ਹੁਸ਼ਿਆਰ ਆਈ। ਤੇ ਉਹ ਮਾਸਟਰ ਆਖਿਆ ਹੰਸਰਾਜ ਕੱਲ ਤੂੰ ਮਨੀਟਰ ਹੈ, ਮੈਂ ਕੱਲ ਕੋਈ ਨਹੀਂ ਆਉਣਾ, ਕਲਾਸ ਦਾ ਧਿਆਨ ਰੱਖਿਓ। ਉਹਨੂੰ ਪਤਾ ਮੈਂ ਮਨੀਟਰ ਹਾਂ ਤਾਂ ਚੂਰ ਕੁੱਟੇ ਸਨ ਮੈਨੂੰ। ਸਾਰੇ ਉਤਰੇ ਜੋ ਹੁੰਦੇ ਹਨ, ਉਸਤਾਦ ਉਤਰੇ ਹਨ ਤਾਂ ਬਾਲ ਵੀ ਉਤਰੇ ਹਨ ਥੋੜ੍ਹੇ। ਉਹ ਤਾਂ ਸਹੀ ਉਸ ਨਾ ਕੀਤੀ ਤੇ ਉਸ ਨੂੰ ਤੂੰ ਮੈਨੂੰ ਨਾ ਕਿਵੇਂ ਕੀਤੀ ਹੋਏ। ਉਹਨੇ ਜੋ ਬੋਧੀ ਤੂੰ ਫੱਦੀ ਨਾ ਸਾਰੀ ਯਾਨੀ ਕਿ ਉਸਨੇ ਹੱਦ ਕਰਕੇ ਰੱਖ ਦਿੱਤੀ, ਸਾਰੀ ਬੋਧੀ ਪਾੜ ਕੇ ਰੱਖਤੀ। ਉਸ ਮੁੰਡੇ ਦਾ ਖੂਨ ਇਸ ਤਰੀਕੇ ਸਾਰਾ ਬਹਿਣ ਗਿਆ। ਮੈਂ ਉਸੇ ਤਰੀਕੇ ਉਹ ਬਹਿਣੀਆਂ 2 ਸੋਟੀਆਂ ਜਿਹੇ ਖਾਧੀਆਂ ਨਾ ਉਸਨੇ। ਉਸ ਤੋਂ ਬਾਅਦ ਮੈਂ ਆਖਿਆ ਵੀ ਮੈਂ ਤਾਂ ਸਕੂਲ ਨਹੀਂ ਜਾਂਦਾ। ਫਿਰ ਬਾਪੂ ਦਾ ਬੜਾ ਸਖਤ ਮਿਜ਼ਾਜ ਆਈ, ਉਹਨੂੰ ਤਾਂ ਮੈਂ ਕਹਿ ਨਾ ਸਕਾਂ। ਹੁਣ ਵਾਲ ਤਾਂ ਸਾਹਮਣੇ ਬੁਲੰਦਨ ਸਾਈਂ ਔਰ ਸਾਹਮਣੇ ਬੰਦੇ ਨੇ। ਜ਼ਮਾਨਾ ਹੀ ਬਦਲ ਗਿਆ। जले बोली खत्म होनी हुई है तो बंदे ही नहीं रहे। बंदे ही रहे, समझ में कुछ नहीं आता ये कैसा इनकलाब। ये समझ ही नहीं है कि ये इनकलाब। वाह भाई वाह। नहीं एक चीज़ और दसो, तुसी जेड़ी एक सुनाई तुसी कोट खाधी आई कोई? हाँ किस पर खाधी आई वो दसो ना। 2-4 ਵਾਰੀ ਠੋਕੀਆਂ ਸਹੀ ਮੈਨੂੰ, ਇਸੇ ਕੋਈ ਸ਼ੱਕ ਨਹੀਂ ਹੈ। ਸ਼ਰਾਰਤਾਂ ਤਾਂ ਨਹੀਂ ਭੁੱਲਦੀਆਂ। ਉੱਥੋਂ ਜਿਹੜੇ ਅੜੋਸ ਪੜੋਸ ਹੈ ਜਿਵੇਂ ਮੁਸਲਮਾਨਾਂ ਦੇ ਨਾਲ ਤੁਹਾਡਾ ਹਾਈ, ਹਾਂ ਉਹਨਾਂ ਦੇ ਘਰ ਆਉਣਾ ਜਾਣਾ ਵੀ ਆਈ? ਬਿਲਕੁਲ ਆਉਣਾ ਜਾਣਾ ਆਈ, ਬਿਲਕੁਲ ਆਉਣਾ ਜਾਣਾ ਆਈ। ਪਿਆਰ ਵੀ ਆਇਆ ਸੀ ਲੋਕਾਂ ਦਾ, ਬਹੁਤ ਪਿਆਰ ਆਇਆ। ਮੈਂ ਕਹਾਂ ਬਈ ਪਿਆਰ ਨਹੀਂ ਸੀਗਾ, ਸੁਣੇ ਜੀ ਪਿਆਰ ਕਰਦੇ ਸੀ ਲੋਕ। ਤਾਂ ਹੀ ਤਾਂ ਯਾਦ ਰੱਖੀ ਉਹਦੇ। ਮੈਨੂੰ ਇੱਕ ਵਾਰੀ ਕੁੱਤੇ ਪੱਟ ਲਿਆ। ਅੱਛਾ। ਤਕਰੀਬਨ ਮੁਸਲਮਾਨਾਂ ਦੇ ਘਰ ਕੁੱਤੇ ਛੁੱਤੇ ਰੱਖਦੇ ਹਨ। ਤੇ ਮੇਰਾ ਇੱਕ ਛੋਟਾ ਚਾਚਾ ਆਈ ਪੀਰਦਾਸ, ਉਹਨੂੰ ਬੜਾ ਗੁੱਸਾ ਬਈ ਇਹਨਾਂ ਦੇ ਕੁੱਤੇ ਨੇ ਪਟਿਆ ਕਿ ਉਹ ਜਿਵੇਂ ਵਨਵਾੜ ਚੁਣਨ ਦਾ ਟਾਈਮ ਆਈ,
ਫੁੱਟੀ ਜਾਂ ਕਪਾਹ ਚੁਣਨ ਦਾ ਚਲੇ ਗਏ ਸਾਰੇ ਘਰ ਦੇ ਉੱਦੇ, ਤੇ ਉਸਨੇ ਗੁਲੇਲ ਚਾਈ ਤੇ ਉਹ ਜਿਹੜਾ ਤੰਦੂਰ ਤਪਦਾ ਸੀ ਨਾ ਤੇ ਉਹਦੇ ਚ ਗੋਲ ਗੋਲ ਚਿੱਡੇ ਵਿੱਚ ਪਕਾ ਲੈਂਦਾ ਸੀ। ਉਹਨੇ ਸਾਈਂ ਜਾ ਕੇ ਜੀ ਬਹਿ ਗਿਆ ਦੀਵਾਰ ਦੇ ਉੱਤੇ ਤੇ ਕੁੱਤਾ ਜੀ ਭੌਂਕਿਆ, ਜਿਵੇਂ ਭੌਂਕੇ ਮਾਰੇ ਗੁਲੇਲ, ਉਸ ਕੁੱਤੇ ਦੇ ਅਗਲੇ ਦੰਦ ਜਿਹੜੇ ਹਨ ਨਾ ਜੀ ਸਾਫ਼ ਕਰ ਦਿੱਤੇ। ਉਸ ਐਵੇਂ ਰੋਲਾ ਪੈ ਗਿਆ ਦੂਜੇ ਦਿਨ, ਬੜਾ ਰੋਲਾ ਪਈ ਦੇ ਕੁੱਤੇ ਦੰਦ ਕਹਿ ਤੋੜ ਦਿੱਤੇ। ਕੋਈ ਇਕੱਠੇ ਹੋ ਜੀ, ਇਕੱਠੇ ਹੁੰਦੇ ਹਨ, ਜ਼ਖੀਰਾ ਇੱਕ ਜ਼ਖੀਰਾ ਹੈ ਜੀ। ਜ਼ਖੀਰੇ ਦਾ ਮਤਲਬ ਇਹ ਬਈ ਦਰਖਤ ਸੀਗੇ ਇਕੱਠੇ, ਦਰਖਤ ਸ਼ੀਸ਼ਮ ਦੇ, ਕਿਉਂਕਿ ਨਹਿਰ ਨਾਲ ਪਾਉਂਦੀ ਹੈ, ਨਾਲਾ ਨਾਲ ਪਾਉਂਦਾ ਹੈ, ਰਜਵਾਇਆ ਨਾਲ ਪਾਉਂਦਾ ਹੈ। ਉੱਥੇ ਉਹ ਸਾਰੇ ਦੁਪਹਿਰ ਨੂੰ ਧੁੱਪੇ 'ਚ ਆਪਣਾ ਧੁੱਪ ਤੋਂ ਡਰਦੇ ਲੋਕ, ਕੋਈ ਪੱਖੇ ਪੁੱਖੇ ਤਾਂ ਹੁੰਦੇ ਕੋਈ ਨਾ, ਉੱਥੇ ਸਾਰਾ ਮਜਮਾ ਇਕੱਠਾ ਹੁੰਦਾ ਹੈ। ਮੁਸਲਮਾਨ ਹੀ ਇੱਕ ਪਾਸੇ ਹੁੰਦੇ ਹਨ, ਹਿੰਦੂ ਹੀ ਇੱਕ ਪਾਸੇ ਬੰਨ੍ਹਦੇ ਹਨ ਆਪਣੇ ਮੰਜੀਆਂ ਗੱਤੀਆਂ ਪਈ, ਜਿਵੇਂ ਇੱਥੇ ਰਾਮਲੀਲਾ ਤੇ ਬਾਜ ਕੇ ਭੂੜੇ ਵਿੱਚ ਆ ਲੈਂਦੇ ਨਾ, ਇਸ ਤਰ੍ਹਾਂ ਹਰ ਕਾ ਆਪਣੇ ਮੰਜੀਆਂ ਗੱਤ ਲੈਣੀਆਂ ਤੇ ਉੱਥੇ ਬਾਣਾ। ਉਹ ਜੀ ਫਿਰ ਸੜਿਆ ਉਸ ਜਿਹੜਾ ਵੱਡਾ ਹੀ ਮੁਸਲਮਾਨ, ਉਹ ਸਕਿਆ ਬਈ ਅਮੀਰ ਦੇ ਭਰਾ ਨੇ ਸੁਣਿਆ ਕੁੱਤੇ ਨੂੰ ਮਾਰਿਆ, ਦੰਦ ਬੰਨੇ। ਉਹ ਸਹੀ ਮੇਰਾ ਚਾਚੇ ਮੇਰੇ ਨੂੰ ਪੇਸ਼ ਕੀਤਾ ਗਿਆ, ਉਹ ਦੱਸ ਬਾਈ ਕੀ ਸਜ਼ਾ ਤੈਨੂੰ ਦੇਈਏ। ਉਹ ਮੁੰਡਾ ਕਹਿਣ ਲੱਗਾ, ਚਾਚਾ ਮੇਰਾ ਕਹਿਣ ਲੱਗਾ ਤੁਸੀਂ ਇਹ ਦੱਸੋ ਬਈ ਮੇਰੇ ਭਤੀਜੇ ਨੂੰ ਜਿਹੜਾ ਉਸਨੇ ਪਾੜਿਆ ਹੈ ਉਹਦੀ ਕੀ ਸਜ਼ਾ ਹੈ। ਬਸ ਫਿਰ ਮੇਰਾ ਬਜ਼ੁਰਗ ਬੜਾ ਤਕੜਾ ਹੈ, ਬਹੁਤ ਤਕੜਾ ਹੈ, ਬਾਤ ਕਰਨ ਵਿੱਚ ਬਹੁਤ ਤਕੜਾ ਹੈ। ਉਹਨੇ ਫਿਰ ਸਮਝਾਇਆ ਕਿ ਉਹਨਾਂ ਕੁਛ ਹੀ ਨਾ ਆਇਆ, ਤਾਂ ਮਤਲਬ ਇਸ ਤਰੀਕੇ ਦੀਆਂ ਗੱਲਾਂ ਹੁੰਦੀਆਂ ਹਨ। ਅਤੇ ਉਸ ਦੇ ਬਾਅਦ ਹੀ ਕੋਈ ਇਹ ਗੱਲ ਨਾ ਹੋਈ। ਇੱਕ ਸਾਦਾ ਕੁਹਾਰ ਆਏ ਅਤੇ ਉਸ ਦੀ ਬਿਟੀਆ ਯੰਗ ਸੀਗੀ, ਅਤੇ ਉਹ ਨੰਬਰਦਾਰ ਜਿਹੜਾ ਸੀ, ਨੰਬਰਦਾਰ ਤਾਂ ਨਹੀਂ ਜ਼ੈਲਦਾਰ ਜਿਹੜਾ ਗਾਮ ਦਾ ਸਭ ਤੋਂ ਵੱਡਾ ਆਦਮੀ, ਹਾਂ ਉਹ ਬੇਟਾ ਕਿਸ ਨੇ ਆਪਣਾ ਉਸਨੂੰ ਮੇਰੇ ਪਿਤਾ ਜੀ ਨੇ ਕਿਹਾ ਬਈ ਇਸ ਤਰੀਕੇ ਸਾਦਾ ਕੁਹਾਰ ਜਾ ਰਹੀ ਹੈ ਭਾਈ ਸ਼ਹਿਰ ਛੋੜ ਕੇ, ਇਸ ਤੋਂ ਬਾਅਦ ਲੋਹਾਰ ਜਾਸੇ ਨੇ, ਇਸ ਤੋਂ ਬਾਅਦ ਮੇਰੇ ਖਿਆਲ ਸਾਡਾ ਹੀ ਨੰਬਰ ਲੱਗ ਗਈ ਸੀ। ਇਹ 47 ਦੀ ਟਾਈਮ ਦੀ ਗੱਲ ਨਹੀਂ, ਇਹ 47 ਤੋਂ ਕਮ ਅਜ਼ ਕਮ 4 ਸਾਲ 5 ਸਾਲ ਪਹਿਲੇ ਦੀ ਗੱਲ ਹੈ। ਉਸ ਆਖਿਆ ਕੀ ਗੱਲ ਹੈ, ਇਹ ਗੱਲ ਹੈ ਵੀ ਤੂੰ ਆਪਣੇ ਚੂਹਰ ਕੋਲ ਪੁੱਛ। ਉਹਨੇ ਚੂਹਰ ਨੂੰ ਬੁਲਾਇਆ, ਉਦੋਂ ਮੈਂ ਹੀ ਬੜਾ ਘਬਰਾ ਗਿਆ। ਉਸ ਜ਼ੈਲਦਾਰ ਨੇ ਆਪਣੇ ਮੁੰਡੇ ਨੂੰ ਇਤਨੀ ਪਬਲਿਕ ਦੇ ਵਿੱਚ ਲੰਮਾ ਪਾ ਕੇ ਕੁੱਟਿਆ, ਤੇ ਰੱਜ ਕੇ ਕੁੱਟਿਆ। ਮੇਰੇ ਬਾਪੂ ਨੇ ਛੁਡਾਇਆ ਬਸ ਕਰ। ਕਿਸ ਪਰ ਕੁੱਟਿਆ ਸੀ ਉਹਨੂੰ? ਉਸਨੇ ਉਹ ਸਾਦੇ ਕੁਬਾਰ ਦੀ ਲੜਕੀ ਦੇ ਨਾਲ ਕੋਈ ਮਜ਼ਾਕ ਚ ਕੀਤਾ ਸੀ, ਕੋਈ ਗੱਲ ਕੀਤੀ ਹੈ, ਤੇ ਸਾਦਾ ਕੁਬਾਰ ਜਿਹੜਾ ਉਹ ਪੈਸੇ ਤਾਂ ਲੈਂਦੇ ਹੀ ਕੋਈ ਨਾ, ਗੜਾ ਬਣਾਇਆ ਤੇ ਅਗਲੇ ਘਰ ਪਹੁੰਚਾ ਆਇਆ, ਕੋਈ ਪੈਸਾ ਟੱਕਾ ਨਹੀਂ। ਜਿਸ ਲਈ ਕਣਕ ਕੁਤਰੀ 10 ਕਿਲੋ ਦੇ ਕਰਦੇ ਚਲੀ ਗਈ ਹਰ ਪਰਿਵਾਰ ਵਿੱਚੋਂ। ਇਸ ਤਰੀਕੇ ਦੇ ਹਿਸਾਬ ਕਿਤਾਬ ਹਨ। ਕੁੱਟਿਆ ਇਸ ਗੱਲ ਤੋਂ ਵੀ ਇਹਨੇ ਕਿਉਂ? ਹਾਂ ਭਾਈ ਇਸ ਨੇ ਕਿਉਂ ਕੀਤਾ ਭਾਈ, ਇਸ ਤਰੀਕੇ ਤੇ ਭਾਈ ਗਾਮ ਖਾਲੀ ਹੋ ਜਾਸੀ। ਭਾਈ ਗਾਮ ਵਿੱਚ ਕਰੰਦਾ ਨਾ ਹੋ ਸੀ, ਲੁਹਾਰ ਵੀ ਨਾ ਹੋ ਸੀ, ਕੁਮਾਰ ਵੀ ਨਾ ਹੋ ਸੀ, ਨਾਈ ਵੀ ਨਾ ਹੋ ਸੀ, ਤਾਂ ਫਿਰ ਮੁਸ਼ਕਿਲ ਹੋ ਜਾਂਦੀ ਨਾ। ਲਗਭਗ ਆਬਾਦੀ ਕਿਤਨੀ ਆਈ ਉਸ ਟਾਈਮ? ਲਗਭਗ ਆਬਾਦੀ ਉੱਥੇ 40 ਇੱਕ ਘਰ ਹੈ। ਅੱਛਾ, ਹਾਂ 40 ਤੋਂ ਥੋੜ੍ਹੇ ਜਿਹੇ ਘੱਟ ਹੋ ਸਕਦੇ ਨੇ, ਜਿਹਦੇ 'ਚ ਪੁੰਨੀਆਂ ਵੀ ਤੁਸੀਂ ਦੱਸਿਆ ਤੇ ਸਿਆਲ ਵੀ ਦੱਸਿਆ। ਹਾਂ ਸਿਆਲ ਅੱਜ ਵੀ ਉੱਥੋਂ ਦੇ ਸਿਆਲ ਥੋੜ੍ਹੇ ਹਨ, ਸਿਆਲ ਦੇ 6-7 ਘਰ ਹਨ, ਪੁੰਨੀਆਂ ਦੇ ਜ਼ਿਆਦਾ ਹਨ। ਸਿਆਲ ਜਿਹੜਾ ਨੜਾਲ ਜਿਹੜਾ ਉਹ ਪੂਰਾ ਸਿਆਲਾਂ ਦਾ ਹੈ, ਜਿੱਥੇ ਤੁਹਾਡਾ ਜਿਵੇਂ ਸੀਸਾ ਹੈ ਇਸ ਤਰੀਕੇ ਨੜਾਲ ਉਹ ਸਿਆਗਾਂ ਦਾ ਸੀਗਾ। ਤੁਹਾਡਾ ਜਿਹੜਾ ਦੋਸਤ ਹੈ, ਹਾਂਜੀ, ਉਹਨੂੰ ਕਿਸ ਨੇ ਦੱਸੋ ਅਗਰ ਵਧਾ ਤਾਂ? ਅਗਰ ਉਹ ਵਧਾ ਤਾਂ ਉਹਨੂੰ ਕਹਾਂਗਾ ਬਈ ਯਾਦ ਕਰ ਕਵੀਆ ਮੱਖ। ਇੱਥੇ ਵੇਖੋ, ਸਮਝੋ ਸਾਹਮਣੇ ਹੋਵੇ ਤਾਂ ਵੀ ਹੈ। ਹੁਣ ਦੱਸੋ ਕਿ ਹੁਣ ਉਹਨੂੰ ਕੀ ਆਖਣਾ? ਉਹਨੂੰ ਮੈਂ ਆਖਣਾ ਹੈ ਬਈ ਉਹ ਵਕਤ ਯਾਦ ਕਰ ਜਿਸ ਲਈ ਆਪਾਂ ਇਕੱਠੇ ਚੱਲਦੇ ਆਸੇ ਨਹਿਰ ਦੀ ਪਟੜੀ ਦੇ ਉੱਤੇ, ਸ਼ਰਾਰਤਾਂ ਕਰਦੇ ਆਸੇ, ਰਸਤੇ 'ਚ ਕਈ ਵਾਰੀ ਮਗਰ ਵੱਛ ਵੇਖਦੇ ਆਸੇ, ਦੂਜੇ ਕਿਨਾਰੇ 'ਤੇ ਬੈਠੇ ਹੋਏ ਉਹਨਾਂ ਨੂੰ ਵੱਟੇ ਮਰਿੰਦੇ ਆਸੇ, ਵੱਟੇ ਸਾਡੇ ਤੂਲ ਪਹੁੰਚਦੇ ਨਾ। ਪਤਾ ਹੀ ਹੋਣਾ ਚਾਹੀਦਾ, ਕੋਈ ਪਤਾ ਨਹੀਂ ਮੇਰੀ ਉਮਰ ਦਾ ਹੀ ਹੋਣਾ ਹੈ। ਚਲੋ ਜਿਵੇਂ ਉਰਦੂ ਵਿੱਚ ਆਦੇ ਨਾ ਬਈ ਇਨਸ਼ਾਅੱਲਾ ਵਧਾ ਹੋਵੇ। ਹਾਂ ਇਨਸ਼ਾਅੱਲਾ ਫਿਰ ਤਾਂ ਮਿਲ ਜਾਵੇ, ਤੁਹਾਡੇ ਨਾਲ ਗੱਲ ਹੋ ਜਾਵੇ। ਸਕੂਲ ਦੇ ਤੁਸੀਂ ਉਸ ਤੋਂ ਬਾਅਦ ਤੁਸੀਂ ਆਦੇ ਸੀ ਕਬੀਰ ਵਾਲਾ ਚਲੇ ਗਏ? ਕਬੀਰ ਵਾਲੇ ਆ ਗਿਆ ਜੀ। ਕਬੀਰ ਵਾਲੇ ਜੀ ਸਾਡਾ ਮੇਰਾ ਦਾਖਲਾ ਹੋ ਗਿਆ ਜੀ ਗੌਰਮੈਂਟ ਸਕੂਲ 'ਚ, ਉਹ 10ਵੀਂ ਤੱਕ ਸੀਗਾ। ਠੀਕ ਹਾਂ ਜੀ। ਅਤੇ ਕਬੀਰ ਵਾਲੇ ਪ੍ਰੋਪਰ ਸ਼ਹਿਰ 'ਚ ਰਹੇ ਫਿਰ? ਹਾਂ ਸ਼ਹਿਰ ਦੇ ਵਿੱਚ ਤਾਂ ਆਪਣਾ ਜਿਹੜਾ ਸ਼ਹਿਰ ਦਾ ਨਕਸ਼ਾ ਸੀ ਨਾ, ਇੱਧਰ ਸੜਕ ਜਾ ਰਹੀ ਹੈ, ਰੇਮੋ ਕਿਤੇ ਮੁਲਤਾਨ ਨੂੰ ਜਾ ਰਹੀ ਹੈ, ਦੁਖਾਨੇ ਵਾਲੇ 'ਚੋਂ ਆ ਰਹੀ, ਇੱਧਰ ਜਾ ਰਹੀ ਤਾਂ ਉਥਾਂ ਸਰਦਾਰਪੁਰ ਜਾ ਰਹੀ ਹੈ,
ਇੱਕ ਅੱਗਾ ਇੱਦੇ ਕਿਸ ਤਰ੍ਹਾਂ ਜਿਹਦੇ ਆ ਭਾਈ ਸਰਾਏ ਸਿੱਧੂ ਕਿੰਨੀ ਦੂਰ ਪਹੁੰਚਦਾ ਹੈ? ਸਰਾਂ ਸੇ ਉੱਥੋਂ 8-9 ਮੀਲ ਆਉਂਦਾ ਹੈ। 8-9 ਮੀਲ ਪਹੁੰਚਦਾ ਹੈ। ਹਾਂ ਜ਼ਿਆਦਾ ਪਾਉਂਦਾ ਸੀ 8 ਮੀਲ ਤੋਂ, ਕਿਉਂਕਿ ਮੈਂ ਗਿਆ ਤਾਂ ਨਹੀਂ ਆ। ਇੱਕ ਵਾਰੀ ਮੈਂ ਨਾਨਕੇ ਜਾਣਾ ਸੀ ਤੇ ਉਸ ਰਸਤੇੋਂ ਗੁਜ਼ਰਿਆ ਸੀ ਤੇ ਨਾਨਕਾ ਕਿਹੜੇ ਕੰਮ ਆਈ? ਨਾਨਕਾ ਸਾਡਾ ਹੈ ਜੀ ਖਟਰਾਂ ਵਾਲਾ ਕਿੱਤਾ, ਮਖਦੂਮਪੁਰ ਦੇ ਨਾਲ ਕਰਕੇ ਆਈ। ਖਟਰਾਂ ਵਾਲਾ ਕੀਤਾ। ਹਾਂ ਹਾਂ ਖਟਰਾਂ ਦਾ ਕੀਤਾ, ਉੱਥੇ ਖੱਟਰ ਰਹਿੰਦੇ ਹਨ ਸਾਰੇ। ਉਹ ਹੁਣ ਤਾਂ ਨਾਮ ਤਬਦੀਲ ਹੋ ਗਈ ਹੋ ਸੀ ਨਾ। ਹਾਂ ਤੇ ਫਿਰ ਕਬੀਰ ਵਾਲਾ ਤੁਸੀਂ ਉਸ ਸਕੂਲ 'ਚ ਐਡਮਿਸ਼ਨ ਲਿਆ, ਫਿਰ ਮਤਲਬ ਉਸ ਸਕੂਲ ਕਬੀਰ ਵਾਲਾ ਆ ਕੇ ਪੜ੍ਹੇ ਉਸ ਹਾਂ ਤੋਂ ਫਿਰ ਕਬੀਰ ਵਾਲੇ ਆ ਬਾਅਦ? ਮਤਲਬ ਰਹੇ ਵੀ ਕਬੀਰ ਵਾਲੇ ਤਾਂ ਉਸ ਤੋਂ ਬਾਅਦ? ਹਾਂ ਰਹੇ ਕਬੀਰ ਵਾਲੇ ਨਵਾਂ ਮਕਾਨ ਬਣਿਆ ਬਹੁਤ ਇਹ ਵੱਡਾ। ਕਬੀਰ ਵਾਲੇ ਜਿਹੜਾ ਮਕਾਨ ਆਈ ਇਹ ਕਿਹੜੇ ਜਾਦੇ ਆਈ? ਇਹ ਖਾਨੇਵਾਲ ਵਾਲੀ ਚੁੰਗੀ ਦੇ ਬੈਕ ਸਾਈਡ ਤੇ ਸੀਗਾ। ਕਬੀਰ ਵਾਲਾ ਦੇ ਵਿੱਚ ਖਾਨੇਵਾਲ ਵਾਲੀ ਚੁੰਗੀ ਦੇ ਵਿੱਚ? ਹਾਂ ਚੁੰਗੀ ਤੋਂ ਤਕਰੀਬਨ 100 ਕਰਮ ਲਾ ਲਓ, 100 ਕਰਮ ਵੀ ਨਹੀਂ ਹੈ, ਹਾਂ 100 ਕਰਮ ਲਾ ਲਓ। 100 ਕਰਮ ਆ ਕੇ ਉੱਥੇ ਅਤਰਚੰਦ ਸੇਠੀ ਦਾ ਘਰ ਆਏ, ਪ੍ਰੇਮਦਿਆਲ ਸੇਠੀ ਦਾ ਘਰ ਆਏ, ਉਹਦੇ ਸਾਹਮਣੇ ਸਾਡਾ ਮਕਾਨ ਬਣਿਆ ਸੀ ਜਿਹਦੇ 6 ਕਮਰੇ ਅੱਗਾ ਬਰਾਮਦੇ ਹਨ। ਫਿਰ ਉਸ ਤੋਂ ਵਿੱਚ ਵਿਹੜਾ ਆਈ ਕਾਫੀ ਸਾਰਾ ਵੱਡਾ ਸਾਰਾ। ਮੋਤੀ ਰਾਮ ਸੇਠੀ ਉਹ ਸਾਡੀ ਭੂਆ ਉਹਨਾਂ ਦੇ ਘਰ ਆਈ। ਹਾਂ ਉਹ ਚੰਗੀ ਮੰਨੀ ਹਸਤੀ ਹੈ, ਅੱਜ ਕੱਲ੍ਹ ਉਹ ਭੂਨੇ ਆਣਗੇ ਤੇ ਉਹਨਾਂ ਦਾ ਕਾਰਖਾਨਾ ਹੀ ਸੀਗਾ ਕਪਾਹ ਦਾ, ਇਹ ਕਬੀਰ ਵਾਲੇ ਦੇ ਅੰਦਰ? ਕਬੀਰ ਵਾਲੇ ਦੇ ਅੰਦਰ, ਔਰ ਮੇਨ ਰੋਡ ਦੇ ਉੱਤੇ ਸੀਗਾ। ਕਾਰਖਾਨੇ ਦਾ ਨਾਮ ਕੀ ਹੈ? ਮਤਲਬ ਕਿ ਫੈਕਟਰੀ ਦਾ ਨਾਮ ਹੁੰਦੇ ਨੇ? ਕੋਈ ਪਤਾ ਨਹੀਂ, ਧਿਆਨ ਨਹੀਂ ਸੁਣੀ। ਮਤਲਬ ਤੁਸੀਂ ਉਸ ਤੋਂ ਬਾਅਦ ਕਬੀਰ ਵਾਲਾ ਆ ਕੇ ਰਹੇ, ਮਤਲਬ 47 ਤੱਕ ਫਿਰ ਕਬੀਰ ਵਾਲਾ ਹੀ ਰਹੇ? ਹਾਂ 47 ਤੱਕ ਕਬੀਰ ਵਾਲਾ ਰਹੇ। ਤੇ ਕਬੀਰ ਵਾਲਾ ਮਤਲਬ ਲਗਭਗ ਕਿਤਨੇ ਸਾਲ ਰਹੇ ਤੁਸੀਂ? ਕਬੀਰ ਵਾਲੇ ਸਰ ਹੈ ਜੀ ਤਕਰੀਬਨ 4 ਸਾਲ ਰਹੇ। ਕਬੀਰ ਵਾਲੇ ਜਮਾਤੀ ਹੋਈ ਜਗਦੀਸ਼ ਆਈ, ਜਗਦੀਸ਼ ਨਹੀਂ ਗੁਜ਼ਰੇ ਪਟਵਾਰੀ ਸਚਦੇਵਾ, ਇਹ ਮੇਰਾ ਜਮਾਤੀ ਸੀ। ਕੇਸਨ ਆਪਣਾ ਹੋ ਗਿਆ, ਮਦਨ ਨਾਗਪਾਲ ਹੋ ਗਿਆ। ਇਹ 47 ਵੇਲੇ ਤੁਹਾਨੂੰ ਹੁਣ ਕਿਵੇਂ ਪਤਾ ਲੱਗਿਆ ਕਿ ਹੁਣ ਇੱਥੋਂ ਜਾਣਾ ਪੁੱਛੀ? ਹਾਂ ਇੱਥੇ ਆਓ ਜੀ। ਇਸ ਤਰੀਕੇ ਇੱਕ ਪੀਟੀਆਈ ਮਾਸਟਰ ਆਈ ਸਕੂਲ ਵਿੱਚ। ਅੱਛਾ। ਉਹਨੂੰ ਮਨਜ਼ੂਰ ਅਹਿਮਦ ਉਹਦਾ ਨਾਂ ਆਈ, ਵੈਸੇ ਉਹਨੂੰ ਅਬਲੀਸ ਕਹਿੰਦੇ ਹਨ। ਅਬਲੀਸ ਫਾਰਸੀ ਦਾ ਅਲਫਾਜ਼ ਹੈ ਸ਼ੈਤਾਨ। ਅੱਛਾ ਸੁਣੇ ਜੀ। ਤੇ ਬਹੁਤ ਗਠਿਆ ਜੀ ਦਲੀਪ ਕੁਮਾਰ ਹੈ ਨਾ ਐਕਟਰ, ਇਸੇ ਤਰੀਕੇ ਸੀਗਾ ਉਹ, ਬੜਾ ਖੂਬਰੂ, ਬਹੁਤ ਯਾਨੀ ਕਿ ਅੱਛਾ ਆਦਮੀ। ਜਿਹੜੇ ਪੀਟੀਆਈ ਮਾਸਟਰ ਦਾ ਤਕੜਾ ਹੋਣਾ ਹੀ ਹੈ। ਉਹ ਮੇਰੇ ਪਿਤਾ ਜੀ ਦੇ ਦੋਸਤ ਹਨ। ਅੱਛਾ। ਮੇਰੇ ਪਿਤਾ ਜੀ ਪਹਿਲੇ ਸ਼ੁਰੂ ਤੋਂ ਥੋੜ੍ਹੇ ਬਹੁਤੀ ਖੇਡਦੇ ਹਨ, ਜਿਹੜੇ ਉੱਥੋਂ ਦੀ ਖੇਡਾਂ। ਅਤੇ ਕਿਤੇ ਕਿਹੜੀਆਂ ਖੇਡਾਂ ਹੁੰਦੀਆਂ ਨੇ ਉਸ ਟਾਈਮ? ਉੱਥੇ ਕਬੱਡੀ ਹੁੰਦੀ ਆਈ, ਇੱਕ ਦੋਧਾ ਹੁੰਦਾ ਹੈ ਬਈ। ਹਾਂ ਹੱਥ ਲਾ ਕੇ ਉਸ ਸੁਣੇ ਜੀ। ਉਹ ਫਿਰ ਬਜ਼ੁਰਗ ਮੇਰਾ ਜਿਹੜਾ ਨਾ ਜੀ, ਉਹਦੇ 'ਚ ਜੀਤ ਕੀਤੀ, ਉਸ ਜੀਤ ਆਇਆ ਤੇ ਜਿਹੜੇ ਆਇਆ ਨਾ, ਜਿਹੜੇ ਖਲੋਤੇ ਹਨ ਲੋਕ ਖਲੋਤੇ ਹਨ, ਉਹਨਾਂ ਦੇ 'ਚ ਆਇਆ ਤੇ ਕਿਸੇ ਆਖਿਆ ਯਾਰ ਕਿਰਾੜ ਨੇ ਹੱਦ ਕਰ ਦਿੱਤੀ ਹੈ। ਉਹਨੇ ਫਿਰ ਆਪਣਾ ਲੰਗੋਟ ਜਿਹੜਾ ਨਾ ਉੱਥੇ ਸੱਟ ਦਿੱਤਾ। 2-4 ਪੁਨੀਆਂ ਨੇ ਕਿਹਾ ਕੀ ਪਿਆ ਕਰਨਾ ਮੀਰ, ਕੀ ਪਿਆ ਕਰਨਾ? ਉਸ ਨੇ ਨਹੀਂ ਜਾਣਾ, ਅਸਾਂ ਜੀਤ ਜਾਈਏ ਤਾਂ ਹੀ ਕਿਰਾੜ, ਹਾਰ ਜਾਈਏ ਤਾਂ ਹੀ ਕਿਰਾੜ। ਉਸ ਤੋਂ ਬਾਅਦ ਉਹ ਦਲੇਰ ਬੜੇ ਸੀਗੇ, ਮੇਰੇ ਬਾਪੂ ਮੇਰਾ ਬੜਾ ਦਲੇਰ ਸੀਗਾ। ਫਿਰ ਉਹ ਜੀ ਉਸ ਨਾਲ ਅਬਲੀਸ ਨਾਲ ਉਹਦਾ ਦੋਸਤਾਨਾ ਸੀ, ਆਪਸ ਵਿੱਚ ਮੇਲ ਜੋਲ ਸੀ ਪੀਟੀਆਈ ਨਾਲ। ਉਹ ਪੀਟੀਆਈ ਵੀ ਬਹੁਤ ਬੜੀ ਆਦਮੀ ਆਈ, ਥੋੜ੍ਹਾ ਜਿਹਾ ਨਹੀਂ। ਰਾਮਲੀਲਾ ਦਾ ਪ੍ਰਮਟਰ ਉਹ ਸੀਗਾ, ਮਤਲਬ ਇੱਕ ਮੁਸਲਮਾਨ? ਹਾਂ ਮੁਸਲਮਾਨ। ਉਹਦੇ ਕਈ ਡਾਇਲਾਗਸ ਲਿਖੇ ਹੋਏ ਹੁੰਦੇ ਸੀ, ਬਹੁਤ ਅੱਛੇ। ਵਾਹ ਜੀ ਵਾਹ। ਸੁਣੇ ਇਹ ਭਾਰਤ ਜਿਹੜੀ ਜੈ ਭਾਰਤ ਹੈ ਨਾ ਆਪਣਾ, ਇਹ ਦੇਵੀ ਦਿਆਲ ਰਾਮਲੀਲਾ, ਉਹਦੇ ਵਿੱਚ ਕਈ ਉਹਦੇ ਡਾਇਲਾਗ ਉਸ 'ਤੇ ਜਚਾਇਆ। ਉਸ ਮਤਲਬ ਪੀਟੀਆਈ ਤੁਹਾਡੇ ਮਾਸਟਰ ਦੇ ਕੀ ਨਾਮ ਦੱਸਿਆ ਦੁਬਾਰਾ? ਉਹਦਾ ਨਾਮ ਮਨਜ਼ੂਰ ਅਹਿਮਦ ਸੀ, ਲੇਕਿਨ ਉਹਨੂੰ ਅਬਲੀਸ ਕਹਿੰਦੇ ਹਨ। ਮਤਲਬ ਉਸ ਦੇ ਲਿਖੇ ਹੋਏ ਡਾਇਲੋਗ ਹਨ? ਹਾਂ ਉਸਦੇ ਕਈ ਡਾਇਲੋਗ। ਹਾਂ ਮਤਲਬ ਇਸ ਹਿਸਾਬ ਨਾਲ ਅੰਦਾਜ਼ਾ ਲਾਓ ਨਾ ਵੀ ਕਿਤਨਾ ਭਾਈਚਾਰਾ ਬਣਿਆ। ਨਹੀਂ ਭਾਈਚਾਰਾ ਸੀਗਾ ਜੀ, ਭਾਈਚਾਰਾ ਸੀ। ਸ਼ੌਕ ਬੜਾ ਸੀਗਾ, ਮੁਸਲਮਾਨ ਅਲੱਗਾ ਬਣਦੇ ਹਨ ਰਾਮਲੀਲਾ ਵੇਖਣ ਵਾਸਤੇ। ਅੱਛਾ। ਹਾਂ ਬਹੁਤ ਵੱਡਾ ਗਰਾਊਂਡ ਸੀਗਾ, ਚੌਰਸ ਗਰਾਊਂਡ ਸੀਗਾ, ਔਰ ਮੇਨ ਰੋਡ ਦੇ ਉੱਤੇ ਸੀਗਾ। ਇਹ ਕਬੀਰ ਵਾਲੇ ਦੀ ਗੱਲ ਰਾਮਲੀਲਾ ਦੱਸ ਰਹੇ ਹੋ ਜਾਂ ਤੁਹਾਡੇ? ਕਬੀਰ ਵਾਲੇ ਦੀ, ਬੁੱਟੇ ਕੋਟ ਕੋਈ ਰਾਮਲੀਲਾ ਨਾ ਆਈ। ਛੋਟਾ ਜੀ ਆਈ। ਹਾਂ ਤਾਂ ਛੋਟਾ ਜੀ ਆਈ ਕਬੀਰ ਵਾਲੇ ਦੀ ਰਾਮਲੀਲਾ। ਹਾਂ ਕਬੀਰ ਵਾਲੇ ਜਿਹੜੇ ਖਾਨ ਚੰਦ ਗਾਂਦਾ ਹੈ ਨਾ, ਸੌਕਨ ਕੀ ਬੋਲੀਆਂ ਜਾਏ ਨਾ ਸਾਰੀਆਂ, ਥੋੜੇ ਜੀ। ਤੇ ਆਵਾਜ਼ ਆਉਂਦੀ ਹੈ ਬੁੱਟੇ ਕੋਟ, ਆਵਾਜ਼ ਆਉਂਦੀ ਹੈ ਬਿਨਾਂ ਮਾਈਕ ਦੇ। ਉਹ ਤੁਸੀਂ ਦੱਸਦੇ ਪਏ ਡਾਕਟਰ ਰਜਿੰਦਰ ਪ੍ਰਸਾਦ ਕੋਈ ਨਾਮ ਮਿਲਿਆ, ਉਹ ਕਿਸ ਪਰ ਮਿਲਿਆ? ਉਹ ਜਿਹੜਾ ਮੇਰੇ ਉਹ ਹਲਫਾਜ਼ ਹਨ ਨਾ, ਡਾਇਲਾਗਸ ਹਨ ਨਾ, ਉਹਨਾਂ ਦੇ ਉੱਤੇ ਬੜਾ ਖੁਸ਼ ਹੋਇਆ। ਮੈਂ ਐਵੇਂ ਘੁੰਮਦਾ ਸੀ, ਕਹਿਕਾ ਇਸ ਤਰ੍ਹਾਂ ਲੰਬਾ ਹੁੰਦਾ ਸੀ, 1 ਮਿੰਟ ਦਾ ਕਹਿਕਾ ਹੁੰਦਾ ਸੀ।
पंडित जवाहरलाल भुट्टी पर हड्डियों का ढांचा, जिसे मेरी एक ही हवा की झंकोर से माला की वादी से पर करता नन्ही सी जान, उस पर इतना अभिमान। इस तरीके जिले मैं बोलता हूँ भैने बड़ी हूँ तो आवाज़ एक ही दम नहीं लिया, आवाज़ बड़ी ऊँची आई यार क्या करिए ना तत्ती नू था तत्ती वैसी जुगा चाह। अच्छा ਉਹ ਪੀਟੀਆਈ ਦੀ ਗੱਲ ਦੱਸਣ ਦੇ। हाँ जी, ਉੱਥੋਂ जी आगाज़ होया इस तरीके पीटीआई मास्टर जुलाई से जून जुलाई, हाँ जुलाई दे 15 तरीक ਨੂੰ घर आया। मतलब 47 ਦੀ ਜੁਲਾਈ ਦੇ। हाँ 47 ਦੀ ਜੁਲਾਈ ਦੇ ਵਿੱਚ ਸਾਡਾ ਮਕਾਨ ਜਿਹੜਾ ਹੈ ਨਾ ਜੀ, ਤੈਨੂੰ ਦੱਸਿਆ ਖੁੱਲੀ ਗੱਲੀ ਆਈ ਤੇ ਬੈਠਕ ਆਈ, ਬੈਠਕ 'ਚ ਸਭ ਦੁਪਹਿਰ ਨੂੰ ਸੌਂ ਜਾਂਦੇ ਆਸੇ ਗਰਮੀਆਂ 'ਚ, ਕਿਉਂਕਿ ਬਜ਼ੁਰਗ ਦਾ ਡੰਡਾ ਬੜਾ ਟਾਈਟ ਆਈ भाई धुप च बाहर निकलना है। मैं चुप चाह जागते पे चुप करके गोई मार के बैठा सुता रहना। वो आया और भाई अमीर भैया क्या हाल चाल है, ठीक है, वो गल्लां गुल्लां होंदियां नहीं हैं। आदा तू कुछ दाड़े दे दिल्ली वाले पासे घूमा, आदा कई बला दिल्ली खादे वास्ते भी जाना। फिर गल्लां होंदियां नहीं, उस आके भुट्टे जिसले करेंदे ना मीटिंग, आदे पहला नंबर दलीप दा, दूजा नंबर अमीर दा। अमीर मेरे पिता जी दे नाल दलीप उत्थे सरदार आई एक, वो भी बड़ा मुसलमाना कट्टे दा आई चंगा। उन्होंने भुट्टे रांदे हैं, भुट्टियां दी एक अलहदा बस्ती है शहर दे नाल करके कबीर वाले, वो मतलब रल कढ़ेंदे हैं हिंदुआं ते, लेकिन हिंदू तकड़े आने इस वजह करके वो भुट्टे अंदरों सुचेंदे हैं भाई कदे ने कदे ऐंटे चढ़से। मेरे बुजुर्ग ने उन समझाया, देख अवलीस एक दो को तो मैं मरदा नहीं, और असा मर जाइए तो असं फिर भी जंप उसा है, तो इन्हें तो मरना तो इन्हें पूरे फिर आना है। इस तरीके से गल्लां गुल्लां करते रहे, मैं सुनता रही हूँ, अपन केड़ा इतना ध्यान आई, चलो गल्लां होंदी गई। उस दिन तो चला गया गलबात करके, वो फिर दोबारा आया एक दिहाड़े आया तो हाँ हाँ वो दोबारा आया तो उस मेरे बाप नाल गल की थी। बाप मेरे आखे तू मैंने कमज़ोर तो नहीं करता पता, वो उसले वो जरा यानी भाविक हो गया। उसका मेरे मैं कसम रब दी, मेरे को 600 रुपये भी है, तू 400-500 मेरे को ले जा, तू कुछ देर तू दिल्ली वाले पास ला के आ जा, मेरे तो यार हैं, जिगरी यार हैं। मैं जिमें गल्लां उसने की उर्दू लेंदा है, प्योर उर्दू लेंदा है। उन्हें बड़ा समझाया। उस दिन मेरा चाचा जिहड़ा मैथों 4-5 साल वड्डा इन्हों मेरे कोल सुत होया है, समझ आ गई मेरे बेटे। उस तरह सही जिले सारी गल्लां गुल्लां हो गई तो वो चला गया। वो फिर मेरा चाचा जिहड़ा है ना जी, वो तो मैं रोन लग गया। अम्मा बाऊ नूं मार के सन, बाऊ नूं बुट्टे मार के सन, बुट्टे नाल साडी थोड़ी जी कशिश आए, कशमकश आए। वो जिहड़ा है ना नाल खूह जित्थों हरट जित्थों पानी भरदे हैं, उस जिले आके आबाद होए ना उत्थे, उस तो पहले मुसलमानियां जिहड़ियां लित्तर च रखना, एक निसार होंदी जिंदी पानी ढांदा है, पानी ढा के अग्गां जांदा है, उहदे च कोई चमड़ा च रखना, उन्हें आप पानी भर लेना तो उस तो बाद फिर हिंदुआं दा नंबर आना। वो मेरे बजुर्ग को बर्दाश्त नहीं हुई, क्योंकि वो बनाता ये बंदे च उन्हें घेर लाया चंगी तरह। फिर उन्होंने 2-4 बंदे आए, उन्होंने समझाया उस ढंग नाल सुने, वो थोड़े जे समझ गए भाई बंदा गलत है। फिर बेटा उसने रोला पा दिता बड़ा जबरदस्त घर दे विच। राती कोई शाम का टाइम आई, दिन उतर चुका आई तो अंदर रुआट शुरू हो गया। उन्हें दादी नूं आख्या, दादी मेरी सोच ही पै गई, इतने थोड़ी एक साढ़ा किराएदार है निहाल चंद बुदराजा, वो बहावलपुर का सी, साढ़े आ तो बैठा किराया, तो फिर अस किराया कोई ना से लेंदे, साढ़ा दोस्त बन गया मेरे बाप का। उसने भी सारी गल्लां सुनिया। फिर निहाल चंद गुलाटी होंदा इत्थे सामने लग रहिंदा है, वो साडी दादी का भतीजा भतूजा कहलांदा है। उसने सारे सुने। एक शिवदयाल सेठी आई, वो भी हो गया। एक नारायण आ गया, राम नारायण, वो है वो अपने जो निहाल चंद पहले बुधराजा दसिया ना, ਉਹਦਾ ਉਹ बहनोई सीगा। ये 7-8 आदमी फिर इकट्ठे हो के असी
ਅਗਸਤ ਤੋਂ ਤਕਰੀਬਨ 3-4 ਦਿਨ ਪਹਿਲੇ ਉੱਥੋਂ ਚੱਲ ਪਏ। ਖਾਨੇਵਾਲ ਆਏ ਜੀ, ਖਾਨੇਵਾਲ ਉਹ ਰੇਲ ਤੇ ਚੜੇ ਤੇ ਉਸ ਵੇਲੇ ਮੈਨੂੰ ਇਤਨਾ ਪਤਾ ਕੋਈ ਨਹੀਂ ਲੱਗਦਾ ਕਿਹੜੇ ਸਟੇਸ਼ਨ ਨੇ। ਉਸ ਟਾਈਮ ਤਾਂ ਫਿਰ ਹਾਲੇ ਘੱਟ ਲੋਕ ਜਾਣੇ ਸ਼ੁਰੂ ਹੋਏ ਹਨ ਨਾ, ਲੋਕ ਤਾਂ 15 ਅਗਸਤ ਤੋਂ ਬਾਅਦ ਹੀ 2-1 ਮਹੀਨੇ ਬਾਅਦ ਜਾਣੇ। ਉਹ ਤਾਂ ਬਾਅਦ ਤਾਂ ਜੁੱਤੀਆਂ ਦੇ ਹਾਂ, ਪਹਿਲੂ ਤਾਂ ਕੋਈ ਨਹੀਂ ਤਿਆਰ। ਸਾਡੇ ਤਾਂ ਇਸ ਗੱਲੋਂ ਤਿਆਰ ਹੋ ਗਏ ਕਿ ਉਹ ਸਾਨੂੰ ਉਸ ਗੱਲ ਦਾ ਪਤਾ ਲੱਗ ਗਿਆ ਹੈ ਸੁਣ ਜੀ, ਇਸ ਵਜ੍ਹਾ ਕਰਕੇ। ਠੀਕ ਹੈ। ਇਹ ਗੱਲ ਦਲੀਪ ਸਿੰਘ ਨੂੰ ਵੀ ਮੇਰੇ ਪਿਤਾ ਜੀ ਨੇ ਦੱਸੀ ਵੇ। ਦਲੀਪ ਸਰਦਾਰ ਆਈ, ਹਾਂ ਸਰਦਾਰ ਆਈ, ਉਹ ਬੜਾ ਜਾਬਰ ਆਦਮੀ ਆਈ, ਬੜਾ ਲੰਬਾ ਚੌੜਾ, ਬਹੁਤ ਤਕੜਾ ਘੋੜਾ ਰੱਖਦਾ ਹੀ ਕੋਲ। ਕਿਆ ਬਾਤ ਹੈ ਉਸਦੀ। ਸੁਣੇ ਉਹਨੂੰ ਦੱਸਿਆ, ਲੇਕਿਨ ਉਹਨੂੰ ਇਹ ਨਾ ਦੱਸਿਆ ਅਸੀਂ ਜਾਂਦੇ ਪਏ ਕਿ ਨਹੀਂ ਜਾਂਦੇ ਪਏ। ਅੱਛਾ। ਅਸੀਂ ਉੱਥੇ ਚੱਲੇ ਜੀ, ਅਸੀਂ ਆ ਗਏ ਬਹਾਵਲਪੁਰ ਤੋਂ ਆ ਗਏ ਬਠਿੰਡਾ। ਬਹਾਵਲਪੁਰ ਤੋਂ ਨਹੀਂ, ਖਾਨੇਵਾਲ ਤੋਂ ਚੱਲੇ। ਹਾਂ ਬਹਾਵਲਪੁਰ। ਹਾਂ ਉਹ ਰਸਤਾ ਲਿਆ। ਸੁਣੇ ਜੀ, ਮੈਨੂੰ ਇਹ ਪੂਰਾ ਪਤਾ ਜਿਹੜੇ ਬਠਿੰਡੇ ਆਇਆ ਨਾ ਤੇ ਉੱਥੇ ਸਾਨੂੰ ਪਤਾ ਲੱਗਾ ਵੀ ਪਾਕਿਸਤਾਨ ਬਣੇਗਾ ਹਰ ਹਾਲਤ ਵਿੱਚ, ਕਿਉਂਕਿ ਸਾਹਮਣੇ ਇੱਧਰ ਜਿਹੜੇ ਉਮਰਾਹ ਲੋਕ ਹਨ ਨਾ, ਅਮੀਰ ਲੋਕ ਜਾਂ ਜਿਹੜੇ ਅਫੀਸਰ ਵੱਡੇ ਹਨ, ਉਹ ਸਾਰੇ ਦੀ ਗੱਡੀ ਪੂਰੀ ਗੱਡੀ ਭਰੀ ਕੇ ਆ ਰਹੀ ਹੈ ਹਿੰਦੁਸਤਾਨ ਵਿੱਚੋਂ ਆ ਰਹੀ ਹੈ ਪਾਕਿਸਤਾਨ ਜਾਣ ਵਾਸਤੇ। ਠੀਕ। ਉਹ ਮੈਂ ਖੁਦ ਆਪ ਅੱਖਾਂ ਨਾਲ ਵੇਖ ਦੁਆਂ ਦੇ ਉੱਤੇ ਇਸ ਤਰੀਕੇ ਝੰਡੇ ਲੱਗੇ ਹੋਏ ਹਨ। ਮੈਂ ਉੱਤੇ ਪਾਕਿਸਤਾਨ ਲਿਖਿਆ ਹੋਇਆ ਅਤੇ ਉੱਤੇ ਸੂਰਜ ਦਾ ਚਾਂਦ ਦਾ ਬਣਿਆ ਹੋਇਆ ਸੀਗਾ। ਉਹ ਇਸ ਤਰੀਕੇ ਉੱਥੇ ਬਠਿੰਡੇ ਤੋਂ ਤਕਰੀਬਨ 8 ਮੀਲ ਦੂਰ ਸਰਦਾਰਾਂ ਨੇ ਬੰਬ ਰੱਖ ਦਿੱਤਾ। ਉਹ ਬੰਬ ਜੋ ਵਜਿਆ ਤੇ ਉਹ ਬਿਆਨੀ 2 ਡੱਬਿਆਂ ਵਿੱਚੋਂ ਸਾਫ਼ ਹੋ ਗਏ ਤੁਹਾਡੇ ਲਈ ਗੱਡੀ ਦੇ। ਹਾਂ, ਉਹ ਜਿਹੜੇ ਆ ਰਹੇ ਹਨ ਜਿਹੜੇ ਉਦੋਂ ਆ ਰਹੇ ਹਨ, ਜਿਹੜੇ ਆ ਰਹੇ ਹਨ ਉਹਨਾਂ ਦੇ ਮੁਸਲਮਾਨਾਂ ਦੇ। ਸੁਣੇ ਤੇ ਉੱਥੇ ਨਾਲੇ ਸੜਕ ਆਪਣਾ ਪਲੇਟਫਾਰਮ ਤੇ ਲਾਹੂ ਤੂੰ ਹੀ ਤੂੰ ਹੈ ਭੈਣੇ ਪਤ ਨਾਰੇ ਵੱਜੇ। ਸੁਣੇ ਜੀ, ਉੱਥੇ ਪਤਾ ਲੱਗਾ ਬਈ ਪਾਕਿਸਤਾਨ ਤਾਂ ਬੜਾ ਹੀ ਬਣੇਗਾ, ਪੂਰਾ ਪਤਾ ਲੱਗ ਗਿਆ, ਸਮਝ ਆ ਗਈ। ਹਾਲਾਂਕਿ ਮੈਂ ਇਤਨੀ ਡੀਪ ਵਿੱਚ ਨਹੀਂ ਜਾਂਦਾ ਸੀ, ਲੇਕਿਨ ਹੁਣ ਜਿਵੇਂ ਉੱਥੇ ਵੇਖਦਾ ਮੈਂ ਆਈਡੀਆ ਸਾਰਾ ਲੱਗਦਾ ਗਿਆ। ਫਿਰ ਜੇ ਅਸਾਂ ਉੱਥੇ ਰੁਕੇ ਰਹੇ ਕਮ ਸੇ ਕਮ 5-6 ਘੰਟੇ, ਸਾਡੀ ਗੱਡੀ ਰੁਕੀ ਰਹੇ ਬਠਿੰਡੇ। ਫਿਰ ਇੱਧਰੋਂ ਗੱਡੀ ਗਈ ਦਿੱਲੀ 'ਚੋਂ, ਉਹ ਦੂਜੇ ਪਾਸੇ ਗੱਡੀ ਖਲੋਤੀ ਹੈ। ਉਹ ਜਿਹੜੀ ਜਗ੍ਹਾ 'ਤੇ ਐਕਸੀਡੈਂਟ ਹੋਇਆ ਪਿਆ, ਮੇਰੇ ਉੱਤੇ ਵੀ ਮੇਰੇ ਸਿਰ 'ਤੇ ਇੱਕ ਛੋਟੀ ਜਿਹੀ ਟੰਕੀ ਰੱਖੀ ਉਹਨੇ, ਜਿਵੇਂ ਮਜ਼ਦੂਰ ਹੁੰਦੇ ਪਿਆ ਇਸ ਤਰੀਕੇ ਮੈਂ ਵੀ ਚਾਹੀ, ਬਾਕੀ ਵੀ ਮਾਈ ਨੇ ਵੀ ਚਾਹੀ, ਜਿਹੜਾ ਸਮਾਨ ਆਏ ਛੋਟਾ ਮੋਟਾ ਸਮਾਨ। ਉਹ ਸਹੀ ਅੱਗੇ ਜਾ ਕੇ ਦੂਜੇ ਡੱਬੇ 'ਤੇ ਚੜ੍ਹੇ ਅਤੇ ਫਿਰ ਉਹ ਗੱਡੀ ਚੱਲੀ ਅਤੇ ਅਸੀਂ ਆ ਗਏ। ਹਾਂ, ਇਸ ਦਰਮਿਆਨ ਦੇ ਟਾਈਮ ਕਾਫੀ ਸਾਰਾ ਹੋ ਗਿਆ ਸੀ ਨਾ, ਕੁਝ ਤਕਰੀਬਨ ਮਤਲਬ ਦੇਣ ਉਤਰਨ ਵਾਲਾ ਹੈ। ਨਾਲ ਕਮਾਨ ਸੀਗਾ, ਗੰਨੇ ਦਾ ਖੇਤ ਸੀਗਾ ਬਹੁਤ ਵੱਡਾ। ਉਹਦੇ 'ਚੋਂ ਸਰਦਾਰ ਆਏ, ਸਭ ਨੂੰ ਐਡੀਆਂ ਰੋਟੀਆਂ ਅਤੇ ਐਡੀ ਸ਼ੱਕਰ ਉੱਤੇ ਪਾ ਕੇ ਦਿੱਤੀ ਜਾਣ ਸਾਰਿਆਂ ਨੂੰ। ਬਠਿੰਡਾ ਸੋ ਉਹ ਤਾਂ ਅਸਾਂ ਬਾਅਦ ਆਈਡੀਆ ਲਾਇਆ, ਮਤਲਬ ਬੰਬੀਰਾਂ ਨੇ ਰੱਖਿਆ, ਸਰਦਾਰਾਂ ਨੇ ਰੱਖਿਆ। ਫਿਰ ਆ ਉਤਰੇ ਜੀ ਅਸਾਂ ਸ਼ੁਕਰ ਬਸਤੀ, ਸਿੱਧਾ ਦਿੱਲੀ। ਸ਼ੁਕਰ ਬਸਤੀ ਕੇ ਜੰਗਲ ਆਈ ਬਾਊ ਜੀ, ਕਾਈ ਸ਼ਾਈ ਕੋਈ ਨਾ ਆਈ, ਇਹ ਤਾਂ ਹੁਣ ਸ਼ਹਿਰ ਬਣਿਆ। ਮਤਲਬ ਉਤਰੇ ਜੀ, ਫਿਰ ਰੋਟੀ ਪਕਾਉਣੀਆਂ ਨੇ, ਹਰ ਕੋਈ ਆਪਣੇ ਮਨ ਲੱਗ ਗਏ ਧੰਦੇ। ਮੇਰੀ ਉਹ ਜੇ ਤਖਤੀ ਆਏ ਨੇ ਪੜ੍ਹਨ ਵਾਲੀ, ਉਦੋਂ ਵੱਢ ਕੇ ਤੇ ਅੱਗ ਮਾਰ ਕੇ ਫੁਲਕੇ ਪੱਕ ਗਏ, ਫੁਲਕੇ ਖਾਦੇ। ਹੁਣ ਜਾਈਏ ਤਾਂ ਕਿਤੇ ਜਾਈਏ ਜੀ, ਕੋਈ ਰਸਤਾ ਨਾ ਬਣੇ। ਨਿਹਾਲ ਚੰਦ ਬੁੱਧਰਾਜਾ ਜਿਹੜਾ ਹੈ ਨਾ ਜੀ, ਉਹਦੀ ਵਾਕਫੀਅਤ ਆਈ ਇੱਕ ਸਰਦਾਰ ਨਾਲ। ਉਹ ਵੀ ਤੁਹਾਡੇ ਨਾਲ ਰਹੀ ਆ, ਜਿਹੜਾ ਤੁਹਾਡਾ ਕਿਰਾਏਦਾਰ? ਹਾਂ, ਸਾਰੇ ਇੱਥੇ ਆਏ। ਉਹ ਤਾਂ ਬੜਾ ਅਮੀਰ ਆਦਮੀ ਬਣ ਗਿਆ ਬਾਊ ਜੀ। ਉਹ ਤਾਂ ਪਾਣੀਪਤ ਮਾਡਲ ਟਾਊਨ ਦੇ ਨਾਲ ਕਰਕੇ ਉਹਦਾ ਕੇਸ ਨਾ ਦੇਸ ਰਾਜ ਕਲੋਨੀ ਹੈ ਉਹਦੇ ਬਿਰਾ ਦੀ। ਸੁਣੇ ਜੀ, ਬਹੁਤ ਅਮੀਰ ਆਦਮੀ ਬਣ ਗਿਆ ਉਹ ਤਾਂ। ਉਹ ਕਿਰਾਏਦਾਰ ਸਾਡਾ ਆਈ, ਹੁਣ ਵਕਤ ਨੇ ਬਦਲਿਆ ਕਿ ਉਹਨੇ 4 ਖੂਹਾਂ ਦੇ ਉੱਤੇ ਕਬਜ਼ਾ ਕੀਤਾ। ਤੁਸੀਂ ਸ਼ਗੂਰ ਬਸਤੀ ਪਹੁੰਚ ਗਏ। ਉਸ ਤੋਂ ਬਾਅਦ ਉਹ ਫਿਰ ਨਿਹਾਲ ਚੰਦ ਦਾ ਇੱਕ ਦੋਸਤ ਆਏ, ਉਹ ਜੀ ਕੰਟੀਨਾਂ ਦਾ ਠੇਕੇ ਲੈਂਦਾ ਹੈ, ਜਿਹੜੇ ਰੇਲਵੇ ਦੇ ਹੈ ਨਾ ਕੰਟੀਨਾਂ, ਚਾਹ ਪੀੜੋ ਕੰਟੀਨ। ਹਾਂ ਜੀ, ਉਹਦਾ ਠੇਕੇਦਾਰ ਆਏ। ਉਸ ਨੂੰ ਉਦੋਂ ਪਤਾ ਲੱਗਾ, ਉਸਨੇ ਆਖਿਆ ਤੁਸੀਂ ਭਰਤਪੁਰ ਆ ਜਾਓ। ਰਾਜਸਥਾਨ ਜੀ, ਉੱਥੇ ਸ਼੍ਰੀ ਸੂਰਜਮਲ ਦੀ ਧਰਮਸ਼ਾਲਾ ਹੈ, ਬਸ ਸਟੇਸ਼ਨ ਦੇ ਨਾਲ ਚੰਗੀ ਵੱਡੀ ਸਾਰੀ ਜਾਟ ਧਰਮਸ਼ਾਲਾ ਹੈ ਸੂਰਜਮਲ ਦੇ ਨਾਲ। ਸੂਰਜਮਲ ਉਸ ਰਿਆਸਤ ਦਾ ਮਾਲਿਕ ਹੈ ਕਿਸੇ ਜ਼ਮਾਨੇ। ਉੱਥੇ ਪਹੁੰਚ ਗਏ। ਉੱਥੇ ਜੀ ਸਾਰੇ ਘਰਾਂ ਨੂੰ ਇੱਕ ਕਮਰਾ ਮਿਲ ਗਿਆ, ਉਹਦੇ 'ਚ ਅਸੀਂ ਰਹਿਣ ਲੱਗ ਗਏ ਜੀ। ਇਤਨੇ ਜੀ ਫਿਰ ਮਾਰਦਾੜ ਸ਼ੁਰੂ ਹੋ ਗਈ। ਇੱਕ ਰੇਲ ਆਈ ਜੀ, ਕਤਲ ਹੋ ਕੇ ਆਈ ਸਿੰਧ 'ਚੋਂ। ਸਿੰਧੀ ਹਨ। ਹਾਂ, ਸਿੰਧ 'ਚ ਬੜੇ ਹਿੰਦੂ ਰਹਿੰਦੇ ਹਨ। ਸਿੰਧ ਵਾਲੇ ਹਿੰਦੂ ਸਾਰੇ ਉਹਦੇ ਆਬਾਦ ਹਨ, ਗੁਜਰਾਤ ਹੀ ਸਾਰਾ ਆਬਾਦ ਹੈ। ਸੁਣੇ ਜੀ, ਉਹ ਰੇਲ 'ਚ ਬੰਦੇ ਕੱਟੇ ਹੋਏ ਹਨ।
ਫਿਰ ਬਾਊ ਜੀ ਉੱਥੇ ਕਤਲੇਆਮ ਸ਼ੁਰੂ ਹੋ ਗਈ ਮੁਸਲਮਾਨਾਂ ਦੀ। ਰੇਲ ਭਰੀ ਕੇ ਆਵੇ ਗਵਾਲੀਅਰ ਚੋਂ ਤੇ ਉੱਥੇ ਉਹਨੂੰ ਕਤਲ ਕਰ ਦੇਣ ਸਾਰੇ, ਇੱਕ ਵੀ ਨਾ ਚੁਣੇ। ਬੋਲ ਗਿਰ ਮਹਾਰਾਜ ਕੀ ਜੈ ਰਾਧੇ। ਪਰਸਾ ਚੱਲ ਰਹੀ ਹੈ ਜੀ, ਵੱਡੀ ਜਾਂਦਾ, ਕੱਟੀ ਜਾਂਦਾ, ਵੱਟੀ ਜਾਂਦਾ, ਕੱਟੀ ਜਾਂਦਾ। ਸ਼ਾਮ ਵੇਲੇ ਬੈਠ ਜਾ ਟਰਾਲੀ ਆਵੇ ਤੇ ਉਹ ਬੈਣੇ ਲਾਸ਼ਾਂ ਵਿੱਚ ਸੱਟ ਕੇ ਤੇ ਪਰ ਉੱਥੋਂ ਤਕਰੀਬਨ 2-3 ਕਿਲੋਮੀਟਰ ਤੇ ਹੈ ਪਾਣੀ ਦੀ ਵੱਡੀ ਸਾਰੀ ਖਾਈ, ਉਹਦੇ ਸੱਟੀ ਜਾਵੇ। 8 ਰੇਲਾਂ ਉੱਥੇ ਕੱਟੀਆਂ ਗਈਆਂ ਬਾਊ ਜੀ। ਫਿਰ ਮਹਾਤਮਾ ਗਾਂਧੀ ਪਤਾ ਨਹੀਂ ਕੌਣ ਆਇਆ ਤੇ ਉਸਨੇ ਬੰਦ ਕਰਵਾਇਆ। ਬੜੇ ਮਰੇ ਜੀ ਬਾਊ ਜੀ, ਓਏ ਹੋਏ। ਉੱਥੇ ਅਸਾਂ ਦੇਖਿਆ ਜ਼ੁਲਮ ਬੜਾ, ਜ਼ੁਲਮ ਦੀ ਇੰਤਹਾ ਹੈ। ਇਨਸਾਨ ਨਹੀਂ ਸੀਗਾ, ਭੇੜੀਆ ਬਣ ਚੁੱਕਾ ਹੈ। ਰਾਜਸਥਾਨ ਦੀ ਗੱਲ ਕਰ ਰਹੇ ਇਹ ਹਿੰਦੁਸਤਾਨ ਦੀ ਗੱਲ ਕਰ ਰਹੇ ਹਾਂ, ਭਰਤਪੁਰ ਦੀ। ਹਾਂ, ਰਾਜਸਥਾਨ ਹੈ। ਉਸ ਤੋਂ ਬਾਅਦ ਜੀ ਅਸੀਂ ਆ ਗਏ ਜੀ ਰੋਹਤਕ। ਲੇਕਿਨ ਬਜ਼ੁਰਗ ਮੇਰੇ ਦੇ ਅੰਦਰ ਇੱਕ ਹਬੜਾਸ ਜੀ ਆਈ, ਹਬੜਾਸ ਆਈ। ਉਹਦਾ ਜੀ 2 ਸਾਲੇ ਗੁਜ਼ਰ ਗਏ। ਉਹਦੇ ਸਾਡੂ ਤੇ 3 ਲੜਕਿਆਂ ਨੌਜਵਾਨ ਇਕੱਠੇ ਹੋਏ, ਉਹ ਮਖਦੂਮਪੁਰ ਕਤਲ ਹੋ ਗਏ। ਉਹਨੂੰ ਸਾਰਾ ਪਤਾ ਹੈ, ਲੇਕਿਨ ਘਰ ਨਾ ਹੀ ਦੱਸ ਰਹੀ ਹੈ, ਮੇਰੀ ਮਾਂ ਨੂੰ ਨਾ ਹੀ ਦੱਸ ਰਹੀ ਹੈ। ਅੰਦਰੋਂ ਮਤਲਬ ਇਹ ਤੁਹਾਨੂੰ ਸੰਦੇਸ਼ਾ ਮਿਲ ਗਿਆ ਉੱਥੇ? ਸੰਦੇਸ਼ਾ ਮਿਲ ਗਿਆ, ਸਾਰਾ ਮਿਲ ਗਿਆ। ਇਹ ਪਤਾ ਲੱਗ ਗਿਆ ਸਾਡਾ ਚਾਚਾ ਰਾਮ ਲਾਲ ਜਿਹੜਾ ਆਇਆ ਤਾਂ ਉਹ ਰੋਹਤਕ ਹੈਗਾ ਇਸ ਲਈ। ਇਹ ਸਾਡਾ ਬਜ਼ੁਰਗ ਹੈ। ਇਹ ਕੌਣ ਹੋਏ? ਇਹ ਮੇਰੇ ਪਿਤਾ ਜੀ ਹਨ। ਨਾਮ ਕਿਹਦਾ ਸੀ? ਸ਼੍ਰੀ ਅਮੀਰ ਚੰਦ। ਹਾਂ, ਇਹਨਾਂ ਦੀ ਸਾਰੀ ਗੱਲ ਸੁਣਾਈਂਦੇ ਪਿਆ ਤੁਸੀਂ। ਹਾਂ, ਇਹਨਾਂ ਦੀ ਗੱਲ ਸੁਣਾ। ਫਿਰ ਜੀ ਕਸ਼ਟ ਦੇ ਦਿਨ ਆ ਗਏ। ਰਾਜ ਕੇ ਕਸ਼ਟ ਹੋ ਗਏ ਆ ਕੇ ਹਿੰਦੁਸਤਾਨ ਵਿੱਚ। ਮਤਲਬ ਰੋਹਤਕ ਆ ਗਏ? ਰੋਹਤਕ ਆ ਕੇ। ਤੇ ਰੋਹਤਕ ਤੋਂ ਫਿਰ ਹਾਂਸੀ ਰੋਹਤਕ ਤੋਂ ਦੋ ਰਜ਼ਾਈਆਂ ਮਿਲੀਆਂ। ਥੋੜੇ ਇੱਕ 'ਚ ਬਾਲ ਸਮੇਂ ਇਸ ਤਰੀਕੇ ਦੇ ਟਾਈਮ ਦਿੱਤਾ। ਆਟਾ ਤਾਜ਼ਾ ਮਿਲੇ ਤੇ ਪਕਾਈਏ ਤੇ ਖਾਈਏ। ਤੇ ਫਿਰ ਪਤਾ ਲੱਗਾ ਬਈ ਹਾਂਸੀ ਕਬੀਰ ਵਾਲੇ ਨੂੰ ਹਾਂਸੀ ਮਿਲੀ ਹੈ। ਫਿਰ ਇੱਥੇ ਹਾਂਸੀ ਹੈ ਤੇ ਇੱਥੇ ਕਾਰਖਾਨਾ ਸੀਗਾ। ਕਾਰਖਾਨੇ ਕਪਾਹ ਜ਼ਿਆਦਾ ਹੈ, ਕਾਫੀ ਕਾਰਖਾਨੇ ਕਾਫੀ ਹੈ ਤੇ ਬਾਗ ਵੀ ਕਾਫੀ ਹੈ, ਇਸ ਕੋਈ ਸ਼ੱਕ ਨਹੀਂ ਹੈ। ਅਸੀਂ ਜੀ ਉਹਦੇ 'ਚ ਇੱਕ ਬੈਰਕ ਮਿਲੀ। ਫਿਰ ਮੇਰੀ ਮਾਸੀ ਆ ਗਈ ਜਿਹਦੇ 3 ਪੁੱਤਰ। ਉਹਦਾ ਘਰ ਵਾਲਾ ਕਤਲ ਹੋਇਆ ਸੀ, ਉਹਦੇ ਨਾਲ 2 ਬੱਚੇ ਹੋਏ ਨੇ, ਇੱਕ ਲੜਕੀ ਇੱਕ ਲੜਕਾ। ਉਹ ਹੁਣ ਸਾਡੇ ਹੀ ਸੀਗੇ। ਇਸ ਤਰੀਕੇ ਇੱਕ ਬੂਆ ਉਹ ਆ ਗਈ। ਉਹ ਸਾਰੇ ਜਿਹੜੇ ਮਾਰੇ ਹੋਏ ਹਨ ਨਾ, ਉਹ ਸਾਰੇ ਸਾਡੇ ਕੋਲ ਆ ਗਏ। ਫਿਰ ਬੰਦਾ ਇੱਕ ਆਈ ਬਾਪੂ ਮੇਰਾ, ਤੇ ਪਿੱਛੋਂ 22 ਬੰਦੇ ਹਨ ਜਿਨ੍ਹਾਂ ਦੀ ਰੋਟੀ ਦਾ ਗੁਜ਼ਾਰਾ ਕਰਨਾ ਹੈ। ਕੀਤਾ ਬਹੁਤ ਵਧੀਆ ਤੇ ਖੇਡਦੇ ਚੱਲਦਾ ਰਿਹਾ ਕੰਮ। ਸਭ ਦੇ ਵਿਆਹ ਕੀਤੇ, ਉਹ ਸਾਰੇ ਰਸਤੇ ਲਾਏ। ਇਸ ਤਰੀਕੇ ਦੀ ਜ਼ਿੰਦਗੀ ਗੁਜ਼ਾਰੀ ਹੈ। ਤੁਹਾਨੂੰ ਮੌਕਾ ਲੱਗੇ ਘਰ ਵੇਖਣ ਦਾ, ਵੇਖੋ? ਵਾਈ ਨਾਟ, ਜ਼ਰੂਰ ਵੇਖਾਂਗਾ। ਕਮਾਲ ਕਰਦੇ ਯਾਰ। ਫੌਰਨ ਮੈਂ ਤੁਹਾਨੂੰ ਦੱਸਾਂਗਾ, ਇਹ ਸਾਡਾ ਘਰ ਹੈ। ਵੱਡਾ ਗੇਟ ਹੈ, ਪੂਰਾ ਉੱਠ ਭਰੇ ਹੋਇਆ, ਅੰਦਰ ਲੱਗਵੇਂ ਦਾ ਕਪਾਹ ਦੇ ਲੱਦੇ ਹੋਇਆ। ਅੱਛਾ, ਘਰ ਦੇ ਅੰਦਰ? ਘਰ ਦੇ ਅੰਦਰ। ਬਾਕੀ ਇਸ ਤਰ੍ਹਾਂ ਦੀ ਹੋਰ ਜਿੰਨੀ ਵੀ ਕਹਾਣੀਆਂ ਜਾਂ ਇਸ ਤਰ੍ਹਾਂ ਦੇ ਲੋਕ ਹੋਰ ਕੋਈ ਹੋਣ, ਕੋਸ਼ਿਸ਼ ਕਰੇ ਸੋ ਇਹਨਾਂ ਨਾਲ ਦੁਬਾਰਾ ਫਿਰ ਟਾਈਮ ਲਈ ਸੋ ਇਹਨਾਂ ਦੀ ਹੋਰ ਗੱਲਾਂ ਸੁਣ ਸੋ, ਕਿਉਂਕਿ ਗੱਲਾਂ ਦਾ ਇਹਨਾਂ ਦੇ ਕੋਲ ਪਿਟਾਰਾ ਹੈ। ਸਾਡੇ ਕੋਲ ਟਾਈਮ ਜਾਂ ਐਪੀਸੋਡ ਦਾ ਟਾਈਮ ਘੱਟ ਹੋਇਆ। ਇਸ ਵਾਸਤੇ ਅਗਲੇ ਐਪੀਸੋਡ ਵਾਸਤੇ ਇਹਨਾਂ ਦਾ ਇੰਤਜ਼ਾਰ।